बिगड़िया तिगड़िया चोरां संत बना दिता है, साधु बना दिता है। कल गुर इतिहास दीआं कथा विचारां विच महाराज जियां दी पहली उदासी आरंभ हुंदी। जिस समय धन साहिब श्री गुरु नानक देव जी महाराज सुल्तानपुर लोधी ਨੂੰ ਛੱਡਣ ਲੱਗਦੇ ਨੇ ਤੇ ਭਾਈ ਮਰਦਾਨੇ ਨੂੰ ਬਚਨ ਕਰਦੇ ਨੇ ਕਿ ਭਾਈ ਮਰਦਾਨਾ ਜੀ ਸਾਡੇ ਨਾਲ ਆਉਣ ਦੀ ਮਨ ਦੀ ਇੱਛਾ ਹੈ ਅਤੇ ਕਿੰਨੀ ਕੁ ਇੱਛਾ ਹੈ। ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਆਪ ਜੀਆਂ ਦੇ ਨਾਲ ਜਾਣ ਦੀ ਸੰਗਤ ਕਰਨ ਦੀ ਮਨ ਦੇ ਅੰਦਰ ਬਹੁਤ ਇੱਛਾ ਹੈ, ਪਰ ਆਪ ਜੀ ਦੱਸਣਾ ਕਰੋ कि जाना किस रास्ते है, किस रास्ते जाना है। धन साहिब श्री गुरु नानक देव जी महाराज कहन लगे ने कि जिधर नूं अकाल पुरख वाहिगुरु परमेश्वर लै जावेगा भाई मरदाना जी उस रास्ते जावांगे। ते भाई मरदाना जी हाथ जोड़ के कहन लगे महाराज आप जियां दी इच्छा है मर्जी है, जिस रास्ते भी जाना है अपना शरीर उस रास्ते में पा लवो, उस रास्ते में अपने चरणों में तोड़ लवो। आप जी अगे अगे जाओगे तो मैं आप जियां दे पिछे पिछे आवांगा। धन साहिब श्री गुरु नानक देव जी कहन लगे कि भाई मरदाना जी असी जो पहली यात्रा है ना एमनाबाद की करनी है। भाई मरदाना जी पूछन लगे महाराज एमनाबाद विच की है। सतगुरु जी दसन लगे कि भाई मरदाना जी उत्थे एक तरखाना दे परिवार विच पैदा होया भाई लालो ਉਹਨੂੰ ਜਾ ਕੇ ਸਭ ਤੋਂ ਪਹਿਲਾਂ ਦਰਸ਼ਨ ਬਖਸ਼ਣੇ ਨੇ, ਉਹਨੂੰ ਜਾ ਕੇ ਵੇਖਣਾ। ਇਸੇ ਪ੍ਰਕਾਰ ਕਵੀ ਜੀ ਕਹਿੰਦੇ ਮਹਾਰਾਜ ਅੱਗੇ ਅੱਗੇ ਤੁਰ ਰਹੇ ਨੇ, ਪਿੱਛੇ ਪਿੱਛੇ ਭਾਈ ਮਰਦਾਨਾ ਰਬਾਬ ਨੂੰ ਲੈ ਕੇ ਆ ਰਿਹਾ ਹੈ। ਇੱਦਾਂ ਹੀ ਮੰਜ਼ਲਾਂ ਨੂੰ ਮਾਰਦੇ ਹੋਏ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ 17 ਦਿਨਾਂ ਦੇ ਅੰਦਰ ਸੁਲਤਾਨਪੁਰ ਲੋਧੀ ਤੋਂ ਏਮਨਾਬਾਦ ਦੀ ਧਰਤੀ ਤੇ ਪਹੁੰਚੇ ਨੇ। ਏਮਨਾਬਾਦ ਦੀ ਧਰਤੀ ਦੇ ਉੱਪਰ ਪਹੁੰਚ ਕਰਕੇ ਸਤਿਗੁਰੂ ਜੀ ਭਾਈ ਲਾਲੋ ਦੇ ਘਰ ਵੱਲ ਜਾਂਦੇ ਨੇ ਤੇ ਭਾਈ ਲਾਲੋ ਬੈਠਾ ਆਪਣਾ ਕਾਰਜ ਆਪਣਾ ਕੰਮ ਕਰ ਰਿਹਾ ਹੈ। ਤਖਾਣਾ ਦੇ ਘਰ ਪੈਦਾ ਹੋਇਆ ਹੈ, ਲੱਕੜਾਂ ਵੱਢ ਰਿਹਾ ਹੈ। ਜਦੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀਆਂ ਦੇ ਦਰਸ਼ਨ ਕੀਤੇ ਨੇ, ਜਾਣਦਾ ਨਹੀਂ ਕਿ ਇਹ ਕੌਣ ਨੇ, ਕਿੱਥੋਂ ਆਏ ਨੇ, ਕੀ ਕਰਨ ਆਏ ਨੇ। ਸੰਤ ਸਰੂਪ ਹੈ, ਸਤਿਗੁਰਾਂ ਦੇ ਦਰਸ਼ਨ ਕਰਕੇ ਭੁੱਖ ਲੈਂਦੀ ਹੈ ਤੇ ਭਾਈ ਲਾਲੋ ਜੀ ਉੱਠੇ ਨੇ, ਉੱਠ ਕਰਕੇ ਆ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਉੱਪਰ ਨਮਸਕਾਰ ਕੀਤੀ ਹੈ। ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀਆਂ ਨੇ ਆਸ਼ੀਰਵਾਦ ਦਿੱਤਾ ਹੈ, ਦੁਆਵਾਂ ਦਿੱਤੀਆਂ ਨੇ ਕਿ ਭਾਈ ਲਾਲੋ ਹਿਰਦੇ ਦੇ ਅੰਦਰੋਂ ਕਦੇ ਵੀ ਤੈਨੂੰ ਕਰਤਾਰ ਅਕਾਲ ਪੁਰਖ ਵਾਹਿਗੁਰੂ ਨਾ ਵਿਸਰੇ। ਦਰਅਸਲ ਆਮ ਤੌਰ ਤੇ ਇਹ ਦੁਆਵਾਂ ਦਿੱਤੀਆਂ ਜਾਂਦੀਆਂ ਨੇ, ਜਿਹੜੇ ਵੱਡੇ ਬਜ਼ੁਰਗ ਲੋਕ ਹੁੰਦੇ ਨੇ ਇਹ ਕਹਿੰਦੇ ਨੇ ਕਿ ਤੇਰੀ ਉਮਰ ਲੰਬੀ ਹੋਵੇ, ਤੂੰ ਲੰਬੀ ਜ਼ਿੰਦਗੀ ਜੀਵੇਂ, ਸੁਖ ਮਾਣੇ। ਪਰ ਜੋ ਅਸਲ ਦੁਆ ਦੀ ਲੋੜ ਹੈ, ਅਸਲ ਆਸ਼ੀਰਵਾਦ ਦੀ ਲੋੜ ਹੈ, ਉਹ ਤਾਂ ਇਹੀ ਹੈ ਕਿ ਤੈਨੂੰ ਅਕਾਲ ਪੁਰਖ ਵਾਹਿਗੁਰੂ ਨਾ ਵਿਸਰੇ। ਕਿਉਂਕਿ ਸੰਸਾਰ ਨੂੰ ਭੁਲਾਉਣਾ ਬੜਾ ਔਖਾ ਹੈ ਤੇ ਵਾਹਿਗੁਰੂ ਨੂੰ ਚੇਤੇ ਕਰਨਾ ਬੜਾ ਔਖਾ ਹੈ। ਸੰਸਾਰ ਨੂੰ ਛੱਡਣਾ ਬੜਾ ਔਖਾ ਹੈ ਤੇ ਅਕਾਲ ਪੁਰਖ ਵਾਹਿਗੁਰੂ ਨੂੰ ਅਪਣਾਉਣਾ ਬੜਾ ਔਖਾ ਹੈ। ਇਸ ਲਈ ਮਹਾਰਾਜ ਜੀਆਂ ਨੇ ਆਸ਼ੀਰਵਾਦ ਦੇ ਅੰਦਰ ਇਹ ਗੱਲ ਕਹੀ ਹੈ ਕਿ ਭਾਈ ਲਾਲੋ ਹਿਰਦੇ ਦੇ ਅੰਦਰੋਂ ਕਦੇ ਵੀ ਅਕਾਲ ਪੁਰਖ ਵਾਹਿਗੁਰੂ ਕੋ ਸੱਚਾ ਵਾਹਿਗੁਰੂ ਨਾ ਵਿਸਰੇ। ਤੇ ਜਿਸ ਦੇ ਹਿਰਦੇ ਦੇ ਅੰਦਰੋਂ ਅਕਾਲ ਪੁਰਖ ਵਾਹਿਗੁਰੂ ਨਹੀਂ ਵਿਸਰਦਾ, ਜਿਹਨੂੰ ਹਮੇਸ਼ਾ ਹੀ ਪਰਮੇਸ਼ਰ ਚੇਤੇ ਰਹਿੰਦਾ ਹੈ ਤੇ ਉਹਨੂੰ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਇਸ ਪ੍ਰਕਾਰ ਮਹਾਰਾਜ ਜੀਆਂ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਹੈ ਤੇ
ਭਾਈ ਲਾਲੋ ਨੂੰ ਕਿਹਾ ਹੈ ਕਿ ਭਾਈ ਲਾਲੋ ਜੀ ਆਪ ਜੀ ਬੈਠ ਜਾਵੋ, ਆਪਣਾ ਕਾਰਜ ਕਰੋ, ਕੰਮ ਕਰੋ। ਭਾਈ ਲਾਲੋ ਦੋਨੋਂ ਹੱਥ ਜੋੜ ਕਰਕੇ ਕਹਿਣ ਲੱਗਾ, ਮਹਾਰਾਜ ਆਪ ਜੀ ਹੋ ਕੌਣ, ਕਿੱਥੋਂ ਆਏ ਹੋ? ਮੈਂ ਆਪ ਜੀਆਂ ਨੂੰ ਜਾਣਦਾ ਨਹੀਂ। ਆਪ ਜੀਆਂ ਦੇ ਦਰਸ਼ਨ ਕਰਕੇ ਮੇਰੇ ਮਨ ਦੇ ਅੰਦਰ ਸੁਖ ਆਇਆ ਹੈ, ਚੈਨ ਆਇਆ ਹੈ। ਜਿਹੜਾ ਹਿਰਦਾ ਤਪ ਰਿਹਾ ਸੀ ਉਹ ਠੰਡਾ ਹੋਇਆ ਹੈ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਭਾਈ ਲਾਲੋ ਜੀ ਅਸੀਂ ਤਾਂ ਪਰਦੇਸੀ ਹਾਂ, ਸਾਡਾ ਘਰ ਵੀ ਤੁਹਾਡੇ ਨਗਰ ਦੇ ਨੇੜ ਨਹੀਂ, ਅਸੀਂ ਬੜੀ ਦੂਰੋਂ ਆਏ ਹਾਂ ਤੇ ਦੇਸ਼ਾਂ ਵਿਦੇਸ਼ਾਂ ਦੀ ਯਾਤਰਾ ਦੇ ਉੱਪਰ ਨਿਕਲੇ। ਇਸੇ ਪ੍ਰਕਾਰ ਹੀ ਕਵੀ ਜੀ ਕਹਿੰਦੇ ਐਸੇ ਸਤਿਗੁਰਾਂ ਦੇ ਦਰਸ਼ਨ ਨੇ ਜੋ ਜਨਮਾਂ ਮਰਨਾਂ ਦੇ ਬੰਧਨ ਕੱਟ ਦਿੰਦੇ ਨੇ। ਜੋ ਲੋਕ ਸੰਸਾਰ ਸਮੁੰਦਰ ਦੇ ਅੰਦਰ ਡੁੱਬੇ ਨੇ, ਫਸੇ ਹੋਏ ਨੇ, ਤੇ ਸਤਿਗੁਰਾਂ ਨੇ ਐਸਾ ਨਾਮ ਰੂਪੀ ਪੁਲ ਬਣਾਇਆ ਹੈ ਕਿ ਜਿਹੜੇ ਵੀ ਭਾਈ ਨਾਮ ਦਾ ਸਹਾਰਾ ਲੈਣਗੇ, ਨਾਮ ਰੂਪੀ ਪੁਲ ਉੱਪਰ ਚੜ੍ਹਨਗੇ, ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਣਗੇ। ਕੁਝ ਕੁ ਸਮਾਂ ਇਸੇ ਪ੍ਰਕਾਰ ਵਿਚਾਰਾਂ ਹੋਈਆਂ ਨੇ ਤੇ ਭਾਈ ਲਾਲੋ ਨੇ ਫਿਰ ਪੁੱਛਣਾ ਕੀਤਾ ਹੈ ਕਿ ਮਹਾਰਾਜ ਆਪ ਜੀ ਕਿਰਪਾ ਕਰੋ, ਮੇਰੇ ਉੱਪਰ ਕਿਰਪਾਲੂ ਦਿਆਲੂ ਹੋਵੋ, ਤਰਸ ਕਰਕੇ ਮੈਨੂੰ ਦੱਸਣਾ ਕਰੋ ਕਿ ਤੁਹਾਡਾ ਨਾਮ ਕੀ ਹੈ ਤੇ ਕਿੱਥੋਂ ਆਏ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਕਹਿੰਦੇ ਨੇ ਕਿ ਭਾਈ ਲਾਲੋ ਜੀ ਆਪਣਾ ਕਾਰਜ ਕਰੋ, ਬੈਠ ਜਾਵੋ, ਕੰਮ ਕਰੋ, ਕੰਮ ਦੇ ਨਾਲ ਨਾਲ ਹਰੀ ਹਰੀ ਵਾਹਿਗੁਰੂ ਵਾਹਿਗੁਰੂ ਜਪੋ। ਤੇ ਆਪ ਜੀ ਨੂੰ ਆਪਣੇ ਆਪ ਹੀ ਪ੍ਰਤੀਤ ਹੋਵੇਗਾ ਕਿ ਅਸੀਂ ਕੌਣ ਹਾਂ, ਕੀ ਕਰਨ ਲਈ ਤੁਹਾਡੇ ਘਰ ਆਏ, ਇਹ ਆਪ ਜੀ ਆਪ ਜਾਣ ਜਾਓ। ਇੱਥੋਂ ਤੱਕ ਕੱਲ ਦੀ ਕਥਾ ਵਿਚਾਰ ਆਈ ਸੀ। ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰੀਏ ਜੋ ਆਉਣ ਵਾਲਾ ਗੁਰ ਇਤਿਹਾਸ ਹੈ। ਕਿਵੇਂ ਭਾਈ ਲਾਲੋ ਅਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਅੰਦਰ ਵਿਚਾਰਾਂ ਹੁੰਦੀਆਂ ਨੇ। ਮਨ ਚਿੱਤ ਬਿਰਤੀਆਂ ਇਕਾਗਰ ਕਰੀਏ, ਸ਼ਰਧਾ ਭਾਵਨਾ ਦੇ ਨਾਲ ਗੁਰ ਇਤਿਹਾਸ ਨੂੰ ਸ਼ਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦਵਇਆ ਛੰਦ ਪ੍ਰਗਟਿਓ ਤਪਾ ਏਕ ਸ੍ਰੀ ਨਾਨਕ। ਭਾਈ ਲਾਲੋ ਜੀ ਕਹਿਣ ਲੱਗੇ, ਮਹਾਰਾਜ ਮੈਂ ਆਪ ਜੀਆਂ ਨੂੰ ਜਾਣਦਾ ਤਾਂ ਨਹੀਂ, ਪਰ ਸੁਣਿਆ ਜ਼ਰੂਰ ਹੈ ਕਿ ਪੰਜਾਬ ਦੀ ਧਰਤੀ ਦੇ ਉੱਪਰ ਇੱਕ ਪਰਮੇਸ਼ਰ ਰੂਪ ਤਪਾ ਭਾਵ ਭਗਤੀ ਵਾਲਾ ਇਨਸਾਨ ਪ੍ਰਗਟ ਹੋਇਆ ਹੈ। ਬੜੀ ਸ਼ਕਤੀ ਦਾ ਮਾਲਕ ਹੈ, ਬੜੀਆਂ ਕਰਾਮਾਤਾਂ ਦਾ ਮਾਲਕ ਹੈ ਤੇ ਜਿਸ ਦਾ ਨਾਮ ਸ਼੍ਰੋਮਣੀ ਨਾਨਕ ਸੁਣਿਆ ਜਾਂਦਾ ਹੈ। ਭਾਸਤ ਉਤਮ ਸੋ। ਤੇ ਮੈਨੂੰ ਤੁਸੀਂ ਉਹਨਾਂ ਵਰਗੇ ਲੱਗਦੇ ਹੋ। ਪਤਾ ਤਾਂ ਨਹੀਂ ਮੈਨੂੰ ਤੁਸੀਂ ਕੌਣ ਹੋ ਤੇ ਨਾ ਮੈਂ ਕਦੇ ਗੁਰੂ ਨਾਨਕ ਨੂੰ ਵੇਖਿਆ ਹੈ। ਸੁਣਿਆ ਹੀ ਹੈ ਕਿ ਪੰਜਾਬ ਦੀ ਧਰਤੀ ਤੇ ਬੜੀ ਸ਼ਕਤੀ ਦਾ ਮਾਲਕ ਪਰਮੇਸ਼ਰ ਰੂਪ ਇੱਕ ਭਗਤ ਪੈਦਾ ਹੋਇਆ ਹੈ, ਬੇਦੀਆਂ ਦੀ ਵੰਸ਼ ਅੰਦਰ ਪੈਦਾ ਹੋਇਆ ਹੈ। ਤੇ ਮੈਨੂੰ ਤੁਹਾਡਾ ਚਿਹਰਾ ਮੋਹਰਾ, ਤੁਹਾਡੇ ਬਚਨ ਵਿਲਾਸ, ਤੁਹਾਡਾ ਜੋ ਮੁਖ ਦਾ ਜਾਹੋ ਜਲਾਲ ਇਹ ਦੱਸਦਾ ਹੈ ਕਿ ਮੈਨੂੰ ਤੁਸੀਂ ਉਸ ਗੁਰੂ ਨਾਨਕ ਵਰਗੇ ਪ੍ਰਤੀਤ ਹੁੰਦੇ ਹੋ। ਨਹਿ ਸਮਾਨ ਰਾਵਰ ਕੋ ਦਿਸਹਿ। ਨਹਿ ਸਮਾਨ ਰਾਵਰ ਕੋ ਦਿਸਹਿ। ਮਹਾਰਾਜ ਉਹਨਾਂ ਦੇ ਸਮਾਨ ਸੰਸਾਰ ਵਿੱਚ ਕੋਈ ਵੀ ਨਹੀਂ ਦਿਸਦਾ। ਜੋ ਦਸ ਦਿਸ ਜੋ। ਭਲਾਂ ਦੀ ਦਸਾਂ ਦਿਸ਼ਾਵਾਂ ਦੇ ਅੰਦਰ ਬੰਦਾ ਖੋਜ ਲਵੇ, ਤੁਹਾਡੇ ਵਰਗਾ ਹੋਰ ਕੋਈ ਨਜ਼ਰ ਨਹੀਂ ਆਉਂਦਾ। ਤਾਤਕ ਵੀ ਤੁਮਰੇ ਬਿਨ ਭਾਖੇ। ਮਹਾਰਾਜ ਫੇਰ ਵੀ ਤੁਹਾਡੇ ਦੱਸੇ ਤੋਂ ਬਿਨਾ ਨਹਿ ਆਵਤ ਪ੍ਰਤੀਤੂ। ਮੇਰੇ ਹਿਰਦੇ ਨੂੰ ਸੱਚ ਪ੍ਰਤੀਤ ਨਹੀਂ ਹੋਵੇਗਾ, ਮੇਰੇ ਹਿਰਦੇ ਨੂੰ ਸੱਚ ਦਾ ਪਤਾ ਨਹੀਂ ਲੱਗੇਗਾ। ਜਿੰਨਾ ਸਮਾਂ ਆਪ ਜੀ ਆਪਣੇ ਮੂੰਹੋਂ ਬੋਲ ਕੇ ਨਹੀਂ ਦੱਸਦੇ ਨਾ ਕਿ ਆਪ ਜੀ ਕੌਣ ਹੋ, ਤੇ ਮੇਰੇ ਹਿਰਦੇ ਨੂੰ, ਮੇਰੇ ਦਿਲ ਨੂੰ ਯਕੀਨ ਨਹੀਂ ਆਵੇਗਾ। ਇਹ ਮਰਦਾਨਾ ਜਨ ਹੋ ਸੋ। ਤੇ ਭਾਈ ਮਰਦਾਨਾ ਜੀ ਕੋਲ ਬੈਠੇ ਨੇ, ਕਹਿਣ ਲੱਗੇ ਭਾਈ ਲਾਲੋ ਜਿਸ ਗੁਰੂ ਨਾਨਕ ਦੀ ਤੂੰ ਗੱਲ ਸੁਣੀ ਹੈ ਨਾ ਕਿ ਪੰਜਾਬ ਦੇ ਵਿੱਚ ਆਇਆ ਹੈ, ਤੂੰ ਉਹੀ ਜਾਣਨਾ ਕਰ। ਰੱਖੋ ਸਰਦਾ
ਉਹਨਾਂ ਵਰਗੀ ਹੋਈ ਸ਼ਰਧਾ ਭਾਵਨਾ ਪੈਦਾ ਕਰਕੇ ਇਹਨਾਂ ਦੀ ਸੇਵਾ ਕਰ। ਸੰਕਰ ਛੰਦ ਸੁਨ ਕਰ ਕਹਿਤ ਭਇਓ ਬਚ ਲਾਲੋ। ਏਦਾਂ ਜਦੋਂ ਭਾਈ ਮਰਦਾਨੇ ਦੇ ਬਚਨ ਸੁਣੇ ਨੇ ਤੇ ਭਾਈ ਲਾਲੋ ਫਿਰ ਬੋਲੇ ਨੇ, ਕੌਣ ਵਰਨ ਤਬ ਨਾਮ। ਕਹਿਣ ਲੱਗੇ ਭਾਈ ਜੀ ਪਹਿਲਾਂ ਤੁਸੀਂ ਦੱਸਣਾ ਕਰੋ, ਇਹ ਤਾਂ ਬੋਲਦੇ ਕੁਝ ਨਹੀਂ ਤੇ ਤੁਸੀਂ ਵਿੱਚ ਜਵਾਬ ਦਿੰਦੇ ਹੋ ਹਰ ਗੱਲ ਦਾ। ਪਹਿਲਾਂ ਤਾਂ ਤੁਸੀਂ ਦੱਸਣਾ ਕਰੋ ਕਿ ਤੁਹਾਡਾ ਨਾਮ ਕੀ ਹੈ ਤੇ ਕੀ ਜਾਤ ਗੋਤ ਹੈ। ਸਰਬ ਬਿਰਤਾਂਤ ਜਨਾਬ ਆਪਣਾ। ਤੇ ਸਾਰਾ ਪ੍ਰਸੰਗ ਦੱਸਣਾ ਕਰੋ ਕਿੱਥੋਂ ਆਏ ਹੋ। ਕਹਿ ਸਥਾਨਕ ਧਾਮ। ਕਿਸ ਜਗ੍ਹਾ ਦੇ ਉੱਪਰ ਕਿਸ ਦਿਸ਼ਾ ਵੱਲ ਕਿਸ ਦੇਸ਼ ਵਿੱਚ ਆਪ ਜੀਆਂ ਦਾ ਘਰ ਹੈ। ਮਰਦਾਨਾ ਲਖ ਨਾਮ ਹਮਾਰਾ। ਭਾਈ ਮਰਦਾਨਾ ਜੀ ਭਾਈ ਲਾਲੋ ਨੂੰ ਕਹਿਣ ਲੱਗੇ, ਭਾਈ ਲਾਲੋ ਸੁਣ, ਮਰਦਾਨਾ ਸਾਡਾ ਨਾਮ ਜਾਣਨਾ ਕਰ। ਵਿਚਰਤ ਇਨਕੇ ਸਾਥ। ਤੇ ਮੈਂ ਇਹਨਾਂ ਦੇ ਨਾਲ ਹੀ ਰਬਾਬ ਲੈ ਕੇ ਕੀਰਤਨੀਆਂ ਬਣ ਕੇ ਵਿਚਰਦਾ ਹਾਂ। ਬੇਦੀ ਕੁਲ ਕੋ ਚੀਨ ਮਿਰਾਸੀ। ਤੇ ਬੇਦੀਆਂ ਦੇ ਕੁੱਲ ਦਾ ਮੈਂ ਮਰਾਸੀ ਹਾਂ, ਇਹ ਜਾਣਨਾ ਕਰ। ਨਾਨਕ ਜੀ ਮਮਨਾਥ। ਤੇ ਇਹ ਜਿਹੜੇ ਬੈਠੇ ਨੇ ਨਾ, ਜਿਨ੍ਹਾਂ ਬਾਰੇ ਤੂੰ ਸੁਣਿਆ ਹੈ ਕਿ ਪੰਜਾਬ ਵਿੱਚ ਕੋਈ ਗੁਰੂ ਨਾਨਕ ਆਇਆ ਹੈ, ਇਹ ਗੁਰੂ ਨਾਨਕ ਹੀ ਨੇ। ਇਹ ਗੁਰੂ ਨਾਨਕ ਪਾਤਸ਼ਾਹ ਨੇ ਮੇਰੇ ਮਾਲਕਾ ਹਨ। ਦਵਾਇਆ ਛੰਦ ਬੰਦ ਉਬੈ ਕਰ ਬੰਧਨ ਤੇ ਕੀਨੀ। ਜਦੋਂ ਭਾਈ ਲਾਲੋ ਨੇ ਆਪਣੇ ਕੰਨਾਂ ਰਾਹੀਂ ਸੁਣਿਆ ਹੈ ਕਿ ਇਹ ਗੁਰੂ ਨਾਨਕ ਤੇਰੇ ਘਰ ਆਇਆ ਹੈ, ਤੇ ਭਾਈ ਲਾਲੋ ਨੇ ਦੋਨੋਂ ਹੱਥ ਜੋੜੇ ਨੇ, ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਸੁਨਕਰ ਲਾਲੋ ਤਬਹੀ। ਉਸੇ ਸਮੇਂ ਹੀ ਭਾਈ ਲਾਲੋ ਨੇ ਬੰਦਨਾ ਕਰੀ ਹੈ। ਸੀਸ ਧਰਿਓ ਪਦ ਪੰਕਜ ਉੱਪਰ। ਤੇ ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਉੱਪਰ ਆਪਣਾ ਸਿਰ ਰੱਖ ਦਿੱਤਾ ਹੈ। ਪ੍ਰਾਪਤ ਨਿਸ਼ਚਾ ਜਬਹੀ। ਤੇ ਜਦੋਂ ਹਿਰਦੇ ਨੂੰ ਸੱਚ ਦਾ ਪਤਾ ਲੱਗਿਆ ਹੈ ਕਿ ਗੁਰੂ ਨਾਨਕ ਆਇਆ ਹੈ, ਨਿਸ਼ਚਾ ਸੱਚ ਪ੍ਰਤੀਤ ਹੋਇਆ ਹੈ, ਉਸੇ ਸਮੇਂ ਹੀ ਸਤਿਗੁਰਾਂ ਦੇ ਚਰਨਾਂ ਉੱਪਰ ਆਪਣਾ ਮੱਥਾ ਰੱਖਿਆ ਹੈ। ਸਾਦਰ ਸੋਤਬ ਮੰਚ ਦਸਾਵਾ। ਤੇ ਬੜੇ ਸਤਿਕਾਰ ਦੇ ਨਾਲ ਵਿਹੜੇ ਦੇ ਵਿੱਚ, ਘਰ ਦੇ ਵਿਹੜੇ ਵਿੱਚ ਇੱਕ ਪਲੰਗ ਢਵਾਇਆ ਹੈ। ਬੈਸ ਗਏ ਨਹਿ ਕਾਲਾ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉਸੇ ਸਮੇਂ ਪਲੰਗ ਦੇ ਉੱਪਰ ਬਿਰਾਜੇ ਨੇ। ਸੁਖ ਸਾਗਰ ਪੂਰਨ ਜਗਦੀਸਾ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੁੱਖਾਂ ਦੇ ਸਾਗਰ ਹਨ ਅਤੇ ਪੂਰਨ ਪਰਮੇਸ਼ਰ ਹਨ। ਦਸ ਹੈ ਕਾਰਨ ਨਿਹਾਲਾ। ਤੇ ਆਪਣੇ ਦਾਸਾਂ ਨੂੰ ਨਿਹਾਲ ਕਰਨ ਵਾਸਤੇ ਆਪਣਾ ਘਰ-ਬਾਰ ਛੱਡ ਦਿੱਤਾ ਹੈ। ਆਇਸ ਪਾਏ ਅਸਨ ਕਰਬੇ ਹਿਤ। ਇਸੇ ਪ੍ਰਕਾਰ ਸਤਿਗੁਰਾਂ ਤੋਂ ਆਗਿਆ ਮੰਗੀ ਹੈ ਭਾਈ ਲਾਲੋ ਨੇ ਕਿ ਮਹਾਰਾਜ ਮੈਂ ਹੁਣ ਭੋਜਨ ਤਿਆਰ ਕਰ ਲਵਾਂ। ਗਵਨਿਓ ਲਾਲੋ ਤੇ ਤਬਹੀ। ਛੇਤੀ ਦੇ ਨਾਲ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਕੋਲ ਉੱਠਿਆ ਹੈ ਭਾਈ ਲਾਲੋ, ਰਸੋਈ ਵੱਲ ਆਪਣੇ ਘਰ ਵੱਲ ਗਿਆ ਹੈ। ਪੂਜਤ ਭਾਮਰਦਾਨਾ ਪਹਰੋ। ਤੇ ਭਾਈ ਮਰਦਾਨਾ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਕੋਲ ਬੈਠੇ ਨੇ ਤੇ ਪੁੱਛਣ ਲੱਗੇ ਨੇ, ਹਮ ਸੋ ਕਹੇ ਸਭਹੀ। ਕਹਿਣ ਲੱਗੇ ਭਾਈ ਮਰਦਾਨਾ ਮਹਾਰਾਜ ਮੈਨੂੰ ਸਭ ਕੁਝ ਸਾਰਾ ਵਰਤਾਂਤ ਇਹ ਦੱਸਣਾ ਕਰੋ। ਕੌਣ ਹੈ ਇਹ ਮਾਨਵ ਸੁਆਮੀ। ਇਹ ਬੰਦਾ ਕੌਣ ਹੈ ਮੇਰੇ ਮਾਲਕ, ਇਹ ਮੇਰੇ ਪਰਮੇਸ਼ਰ ਗੁਰੂ ਨਾਨਕ ਜਿਹਦੇ ਘਰ ਆਪਾਂ ਚੱਲ ਕੇ ਆਏ ਹਾਂ, ਇਹ ਬੰਦਾ ਕੌਣ ਹੈ। ਜਿਨ ਪਰ ਕਰੁਣਾ ਕੀਨੀ। ਜਿਹਦੇ ਉੱਪਰ ਤੁਸੀਂ ਇੰਨਾ ਟੁੱਟੇ ਹੋ, ਇੰਨੀ ਕਿਰਪਾ ਕੀਤੀ ਹੈ, ਜਿਹਦੇ ਘਰ ਆਪ ਚੱਲ ਕੇ ਆ ਕੇ ਦਰਸ਼ਨ ਦਿੱਤੇ ਨੇ। ਭਾਗ ਵੱਡੇ ਇਹ ਦੀਸਤ ਮੁਖ ਹੋ। ਤੇ ਮੈਨੂੰ ਤਾਂ ਇਹ ਬੜਿਆਂ ਵੱਡਿਆਂ ਭਾਗਾਂ ਵਾਲਾ ਦਿਸ ਰਿਹਾ ਹੈ। ਬੁੱਧ ਭਗਤ ਮਹਿ ਭੀਨੀ। ਇਹਦੀ ਜਿਹੜੀ ਬੁੱਧੀ ਹੈ ਨਾ, ਬੜੀ ਭਗਤੀ ਵਾਲੀ ਲੱਗਦੀ ਹੈ। ਸੁਨ ਕਰ ਬਚਨ ਉਚਾਰੇ ਸ੍ਰੀ ਮੁਖ। ਸ਼੍ਰੋਮਣੀ ਮੁਖ ਤੋਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਪ੍ਰਕਾਰ ਬੋਲੇ ਨੇ। ਜਿਨਹੁ ਸੰਤ ਸਰੂਪਾ। ਕਹਿਣ ਲੱਗੇ ਭਾਈ ਮਰਦਾਨਾ ਜੀ ਇਹ ਭਾਈ ਲਾਲੋ ਨੇ ਤੇ ਇਹ ਸੰਤ ਹੀ ਨੇ, ਇਹਨਾਂ ਨੂੰ ਸੰਤ ਹੀ ਜਾਣਨਾ ਕਰੋ। ਭਗਤ ਕਰਤ ਬੀਤੇ ਕੁਛ ਜਨਮਾਂ।
ਬਿਨਾ ਭਗਤੀ ਕਰਦਿਆਂ ਦੇ ਆਪ ਵੀ ਸਫਲ ਅਨੂਪਾ ਤੇ ਹੁਣ ਸਾਡੇ ਨਾਲ ਮੇਲ ਹੋਏ ਨੇ ਇਹਨਾਂ ਦੇ, ਤੇ ਹੁਣ ਇਹਨਾਂ ਦਾ ਜਿਹੜਾ ਜਨਮ ਹੈ ਉਹ ਸਫਲਾ ਹੋਇਆ ਹੈ। ਨੌਬਿਤ ਭਗਤ ਹੈ ਮਰਦਾਨਾ ਭਾਈ ਮਰਦਾਨਾ ਜੀ ਪੁੱਛਣ ਲੱਗੇ, ਮਹਾਰਾਜ ਕਿੰਨੇ ਤਰੀਕਿਆਂ ਦੀ ਭਗਤੀ ਹੁੰਦੀ ਹੈ? ਸਤਿਗੁਰੂ ਜੀ ਦੱਸਦੇ ਨੇ ਭਾਈ ਮਰਦਾਨਾ ਜੀ, ਸੰਸਾਰ ਦੇ ਉੱਪਰ 9 ਤਰੀਕਿਆਂ ਦੀ ਭਗਤੀ ਹੈ। ਜਮ ਹੈ ਏਕੋ ਹੋਈ ਤੇ ਜੇ 9 ਦੇ ਵਿੱਚੋਂ ਬੰਦਾ ਇੱਕ ਦਾ ਵੀ ਧਾਰਨੀ ਹੋ ਜਾਵੇ, ਇੱਕ ਭਗਤੀ ਦੇ ਵਿੱਚ ਵੀ ਸਫਲ ਹੋ ਜਾਵੇ, ਭਵ ਸਾਗਰ ਦਰਗਤ ਕੋ ਪਾਵੇ ਤੇ ਮੁਕਤੀ ਪ੍ਰਾਪਤ ਕਰਦਾ ਹੈ। ਸੰਸਾਰ ਸਮੁੰਦਰ ਤੋਂ ਭਾਈ ਮਰਦਾਨਾ ਜੀ ਤਰ ਜਾਂਦਾ ਹੈ। ਨਹੀਂ ਲਖ ਸੰਸਾ ਕੋਈ ਤੇ ਇਹਦੇ ਵਿੱਚ ਕੋਈ ਵੀ ਸ਼ੰਕਾ ਨਹੀਂ, ਬੰਦਾ ਇੱਕੋ ਹੀ ਭਗਤੀ ਦਾ ਸੰਸਾਰ ਵਿੱਚ ਧਾਰਨ ਹੋ ਜਾਵੇ, ਇੱਕੋ ਹੀ ਭਗਤੀ ਕਰ ਲਵੇ ਆਪਣੇ ਜੀਵਨ ਅੰਦਰ, ਤੇ ਸੰਸਾਰ ਸਮੁੰਦਰ ਤੋਂ ਬਿਨਾਂ ਸ਼ੰਕੇ ਪਾਰ ਹੁੰਦਾ ਹੈ। ਮਰਦਾਨਾ ਪੂਜਤ ਪਾਤਬ ਹੀ ਭਾਈ ਮਰਦਾਨਾ ਜੀ ਫਿਰ ਉਸੇ ਸਮੇਂ ਪੁੱਛਣ ਲੱਗੇ ਨੇ, ਸਭ ਵਿਦ ਭਗਤ ਕਹੀਜੈ ਮਹਾਰਾਜ ਜਿਹੜੀ ਤੁਸੀਂ ਇਹ ਭਗਤੀ ਦੱਸੀ ਹੈ ਨਾ, ਮੈਨੂੰ ਜਰਾ ਖੁੱਲ ਕੇ ਦੱਸਣਾ ਕਰੋ, ਇਹ ਸਾਰਿਆਂ ਤਰੀਕਿਆਂ ਦੀ ਭਗਤੀ ਕਿੱਦਾਂ ਦੀ ਹੁੰਦੀ ਹੈ? ਜਿਹ ਕੇ ਕਰਤ ਪਰਮਗਤ ਪਾਵੈ ਜਿਹਨੂੰ ਕਰਮ ਦੇ ਨਾਲ ਮਨੁੱਖ ਪਰਮਗਤ ਪਰਮੇਸ਼ਰ ਦੀ ਗਤੀ ਪਾ ਲੈਂਦਾ ਹੈ, ਪਰਮੇਸ਼ਰ ਦੇ ਚਰਨਾਂ ਨੂੰ ਪ੍ਰਾਪਤ ਹੁੰਦਾ ਹੈ। ਭਵ ਜਲ ਭਲੇ ਤਰੀਜੈ ਤੇ ਭਾਣੇ ਚੰਗੇ ਤਰੀਕੇ ਦੇ ਨਾਲ ਸੰਸਾਰ ਸਮੁੰਦਰ ਤਰ ਜਾਂਦਾ ਹੈ ਸੌਖਾ ਹੀ। ਸ੍ਰੀ ਮੁਖ ਭੰਤ ਭਏ ਤਹਿ ਕਾਲਾ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਫਿਰ ਭਾਈ ਮਰਦਾਨੇ ਨੂੰ ਦੱਸਣ ਲੱਗੇ ਨੇ, ਸੁਣੀਏ ਭਗਤ ਪ੍ਰਕਾਰਾ ਕਹਿਣ ਲੱਗੇ ਭਾਈ ਮਰਦਾਨਾ ਜੀ ਫਿਰ ਮਨ ਚਿਤ ਬਿਰਤੀਆਂ ਇਕਾਗਰ ਕਰੋ, ਸ਼ਰਧਾ ਭਾਵਨਾ ਦੇ ਨਾਲ ਜਿਹੜੀਆਂ ਇਹ ਭਗਤੀਆਂ ਨੇ ਨਾ 9 ਪ੍ਰਕਾਰ ਦੀਆਂ, ਇਹ ਸੁਣਨਾ ਕਰੋ। ਪ੍ਰਿਥਕ ਪ੍ਰਿਥਕ ਹੋ ਭਾਖੋ ਸਭੀ ਮੈਂ ਹੌਲੀ ਹੌਲੀ ਕਰਕੇ ਤੈਨੂੰ ਕੱਲੀ ਕੱਲੀ ਭਗਤੀ ਬਾਰੇ ਦੱਸਾਂਗਾ ਇਹ ਹੈ ਭਗਤ ਅਚਾਰਾ ਕਿ ਕਿਸ ਕਿਸ ਪ੍ਰਕਾਰ ਦੀ ਇਹ ਭਗਤੀ ਹੈ। ਸਤ ਸੰਗਤ ਸਸਰੁਖਾ ਕਰਨੀ ਪਹਿਲੀ ਜਿਹੜੀ ਭਗਤੀ ਹੈ ਨਾ ਭਾਈ ਮਰਦਾਨਾ ਜੀ, ਪਹਿਲੀ ਭਗਤੀ ਤਾਂ ਇਹ ਹੈ ਕਿ ਸਤ ਸੰਗਤ ਦੇ ਵਿੱਚ ਆ ਕੇ ਸਤ ਸੰਗੀਆਂ ਦੀ ਸੇਵਾ ਕਰਨੀ, ਮਿਲ ਤਹਿ ਕਾਲ ਬਿਤਾਵੇ ਤੇ ਸਤ ਸੰਗੀਆਂ ਦੇ ਨਾਲ ਮਿਲ ਕਰਕੇ ਆਪਣੇ ਜੀਵਨ ਦਾ ਬਹੁਤਾ ਸਮਾਂ ਬਤੀਤ ਕਰਨਾ। ਹਰ ਗੁਰ ਕੋ ਇਤਿਹਾਸ ਸੁਣੀਜੈ ਤੇ ਦੂਸਰੀ ਜਿਹੜੀ ਭਗਤੀ ਹੈ ਉਹ ਇਹ ਹੈ ਕਿ ਹਰ ਗੁਰੂ ਦਾ ਇਤਿਹਾਸ ਸੁਣਨਾ, ਗੁਰੂ ਦੀ ਇਤਿਹਾਸਕ ਕਥਾ ਸੁਣਨੀ ਆਪਣੇ ਜੀਵਨ ਦੇ ਅੰਦਰ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਤੋਂ ਲੈ ਕੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਤੱਕ ਆਪਣੇ ਜੀਵਨ ਦੇ ਅੰਦਰ ਸਾਰੀ ਕਥਾ ਸੁਣ ਲੈਣੀ। ਭਾਈ ਮਰਦਾਨਾ ਜੀ ਸੰਸਾਰ ਵਿੱਚ ਇਹ ਦੂਸਰੀ ਭਗਤੀ ਹੈ। ਮਨ ਇਕਾਗਰ ਲਾਵੇ ਪਰ ਮਨ ਨੂੰ ਇਕਾਗਰ ਕਰਕੇ ਸ਼ਰਧਾ ਭਾਵਨਾ ਦੇ ਨਾਲ ਇਹ ਕਥਾ ਸ਼ਰਵਣ ਕਰੋਗੇ ਤਾਂ ਇਹ ਦੂਸਰੀ ਭਗਤੀ ਬਣੇਗੀ। ਪਦ ਅਰਬਿੰਦ ਮਿਲਿੰਦ ਕਰੈ ਮਨ ਤੇ ਤੀਸਰੀ ਭਗਤੀ ਇਹ ਹੈ ਕਿ ਸੰਸਾਰ ਵਿੱਚ ਤੁਸੀਂ ਕਿਤੇ ਵੀ ਰਹਿੰਦੇ ਹੋਵੋ, ਕਿਤੇ ਵੀ ਬੈਠੇ ਹੋਵੋ, ਪਦ ਅਰਬਿੰਦ ਮਿਲਿੰਦ ਕਰੈ ਮਨ, ਜਿਹੜਾ ਮਨ ਹੈ ਨਾ ਮਨ ਰੂਪੀ ਆਪਣੇ ਮਨ ਨੂੰ ਭਾਵਨਾ ਬਣਾ ਕਰਕੇ ਗੁਰੂ ਨੂੰ ਕਬਲ ਜਾਣ ਕਰਕੇ ਚਰਨ ਕਬਲਾਂ ਦੇ ਉੱਪਰ ਆਪਣੇ ਮਨ ਰੂਪੀ ਭੌਰੇ ਨੂੰ ਜੋੜ ਕੇ ਰੱਖਣ। ਜਿਵੇਂ ਕਬਲ ਦੇ ਫੁੱਲ ਦੇ ਉੱਪਰੋਂ ਭੌਰਾ ਰਸ ਚੂਸਦਾ ਹੈ, ਇਸੇ ਪ੍ਰਕਾਰ ਸਤ ਸੰਗਤ ਕਰਨੀ, ਗੁਰ ਇਤਿਹਾਸ ਸੁਣਨਾ, ਆਪਣੇ ਮਨ ਨੂੰ ਭੌਰਾ ਬਣਾ ਕੇ ਗੁਰੂ ਦੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ, ਇਹ ਤੀਸਰੀ ਭਗਤੀ ਹੈ। ਗੁਰ ਮੂਰਤ ਔਰ ਧਿਆਨਾ ਤੇ ਗੁਰੂ ਦੀ ਜਿਹੜੀ ਮੂਰਤੀ ਹੈ ਨਾ ਉਹਦਾ ਧਿਆਨ ਆਪਣੇ ਹਿਰਦੇ ਅੰਦਰ ਹਮੇਸ਼ਾ ਹੀ। ਗੁਰੂ ਦੀ ਮੂਰਤੀ ਕੀ ਹੈ? ਗੁਰ ਸ਼ਬਦ, ਹਮੇਸ਼ਾ ਹੀ ਗੁਰਬਾਣੀ ਪੜ੍ਹਨੀ, ਸਵਾਸ ਸਵਾਸ ਨਾਮ ਜਪਣਾ, ਗੁਰ ਮੰਤਰ ਮੂਲ ਮੰਤਰ ਦਾ ਧਿਆਨ ਧਰਨਾ, ਉਹਨੂੰ ਆਪਣੇ ਹਿਰਦੇ ਅੰਦਰ ਧਿਆਉਣਾ, ਇਹੀ ਗੁਰੂ ਦੀ ਮੂਰਤੀ ਹੈ। ਪ੍ਰੇਮ ਸਹਿਤ ਗੁਣ ਗਾਵਹਿ ਮੁਖ ਸੋ ਤੇ ਜਿਹੜੀ ਅਗਲੀ ਭਗਤੀ ਹੈ ਨਾ ਭਾਈ ਮਰਦਾਨਾ ਜੀ, ਬੜੇ ਪ੍ਰੇਮ ਦੇ ਨਾਲ ਗੁਣ ਗਾਵਹਿ ਮੁਖ ਸੋ, ਪਰਮੇਸ਼ਰ ਦੀ ਜਿਹੜੀ ਗੁਰਬਾਣੀ ਹੈ, ਗੁਰ ਮੰਤਰ ਹੈ, ਮੂਲ ਮੰਤਰ ਹੈ, ਸ਼੍ਰੀ ਜਪਜੀ ਸਾਹਿਬ ਹੈ, ਇਹਨੂੰ ਪ੍ਰੇਮ ਦੇ
ਸਹਿਤ ਆਪਣੇ ਮੁਖ ਦੇ ਉੱਪਰ ਉਚਾਰਨ ਕਰਨਾ। ਕੁਲ ਕਾਮਲ ਤਨ ਆਨਾ। ਇਸ ਪ੍ਰਕਾਰ ਆਪਣੇ ਮੁਖ ਤੋਂ ਨਾਮ ਜਪਣਾ ਕਿ ਆਪ ਜੀ ਦਾ ਰੋਮ ਰੋਮ ਖਿੜ ਜਾਵੇ। ਨਾਮ ਸਮਭਾ ਬਿਰਕਤ ਕਰ ਮਨ ਤੇ। ਜਿਹੜੀ ਅਗਲੀ ਭਗਤੀ ਹੈ ਨਾ ਭਾਈ ਮਰਦਾਨਾ ਜੀ, ਪੰਜਵੀਂ ਭਗਤੀ ਦਮ ਸਮਭਾਵ ਰਖਤ ਕਰਮਨ ਤੇ। ਆਪਣੇ ਮਨ ਨੂੰ, ਆਪਣੀਆਂ ਇੰਦਰੀਆਂ ਨੂੰ ਵਿਸ਼ੇ ਵਿਕਾਰਾਂ ਤੋਂ ਰੋਕ ਕੇ ਰੱਖਣਾ। ਸੰਸਾਰ ਵਿੱਚ ਰਹਿੰਦਿਆਂ ਵੀ ਸੰਸਾਰ ਤੋਂ ਨਿਰਲੇਪ ਰਹਿਣਾ, ਇਹ ਵੀ ਇੱਕ ਭਗਤੀ ਹੈ। ਸੁਰਗਾਤਿਕ ਤਜ ਚਾਹਾ। ਮਨ ਦੀਆਂ ਜਿਹੜੀਆਂ ਇਛਾਵਾਂ ਨੇ, ਸਵਰਗਾਂ ਵਰਗੀਆਂ ਇਛਾਵਾਂ ਨੇ, ਕਾਰਾਂ ਕੋਠੀਆਂ ਦੀਆਂ ਜਿਹੜੀਆਂ ਇੱਛਾ ਨੇ, ਇਹਨਾਂ ਨੂੰ ਆਪਣੇ ਹਿਰਦੇ ਵਿੱਚੋਂ ਮਿਟਾ ਦੇਣਾ। ਜੋ ਪਰਮੇਸ਼ਰ ਨੇ ਦਿੱਤਾ ਹੈ ਉਹਦੇ ਵਿੱਚ ਸ਼ੁਕਰ ਮਨਾਉਣਾ, ਭਲਾ ਮਨਾਉਣਾ, ਇਹ ਵੀ ਇੱਕ ਭਗਤੀ ਹੈ। ਪਰ ਕੀ ਦੁਖ ਨ ਚੀਨਤ ਮਨ ਮੈਂ। ਤੇ ਜਿਹੜੀ ਛੇਵੀਂ ਭਗਤੀ ਹੈ ਨਾ ਭਾਈ ਮਰਦਾਨਾ ਜੀ, ਕਿਸੇ ਦੀ ਨਿੰਦਿਆ ਨਹੀਂ ਕਰਨੀ। ਪਰ ਕੇ ਦੁਖ ਨ ਚੀਨਤ ਮਨ ਮੈਂ। ਪਰਾਏ ਦਿਆਂ ਦੁੱਖਾਂ ਨੂੰ, ਭਾਵ ਪਰਾਏ ਦਿਆਂ ਔਗਣਾਂ ਨੂੰ ਕਦੇ ਵੀ ਆਪਣੇ ਹਿਰਦੇ ਅੰਦਰ ਵਿਚਾਰਨਾ ਨਹੀਂ। ਹਾਨ ਲਾਭ ਸਮਤਾਹਾ। ਤੇ ਹਾਨੀ ਹੋ ਜਾਵੇ, ਜਿੰਨਾ ਮਰਜੀ ਨੁਕਸਾਨ ਹੋ ਜਾਵੇ, ਤਾਂ ਵੀ ਅੰਮ੍ਰਿਤ ਵੇਲਾ ਨਹੀਂ ਛੱਡਣਾ, ਤਾਂ ਵੀ ਗੁਰੂ ਘਰ ਨਹੀਂ ਛੱਡਣਾ, ਤਾਂ ਵੀ ਗੁਰੂ ਨਾਨਕ ਦੀ ਸਤ ਸੰਗਤ ਨਹੀਂ ਛੱਡਣੀ। ਤੇ ਸੰਸਾਰ ਵਿੱਚ ਜਿੰਨਾ ਮਰਜੀ ਲਾਭ ਹੋ ਜਾਵੇ, ਅਰਬਾਂ ਪਤੀ ਕਰੋੜਾਂ ਪਤੀ ਹੋ ਜਾਵੇ, ਤਾਂ ਵੀ ਸਤ ਸੰਗਤ ਨਹੀਂ ਛੱਡਣੀ। ਹਾਨੀ ਅਤੇ ਲਾਭ ਵਿੱਚ ਇੱਕੋ ਜਿਹਾ ਰਹਿਣਾ ਹੈ। ਛਲ ਬਹੀਨ ਸਭ ਸੀਤੇ ਹੋਵਨ। ਤੇ ਜਿਹੜੀ ਅਗਲੀ ਭਗਤੀ ਹੈ ਨਾ, ਜਿਹੜੀ ਸੱਤਵੀਂ ਭਗਤੀ ਹੈ ਭਾਈ ਮਰਦਾਨਾ ਜੀ, ਛਲ ਵਿਹੀਨ ਸਭ ਸੀਤੇ ਹੋਵਨ। ਕਿਸੇ ਦੇ ਨਾਲ ਕਦੇ ਧੋਖਾ ਨਹੀਂ ਕਰਨਾ, ਕਿਸੇ ਦਾ ਹੱਕ ਨਹੀਂ ਨੱਪਣਾ। ਇਹ ਨਹੀਂ ਕਿ ਕਿਸੇ ਦਾ ਹੱਕ ਨੱਪਣਿਆ ਤੇ ਫੇਰ ਜਾ ਕੇ ਜਪਜੀ ਸਾਹਿਬ ਪੜ੍ਹੀ ਜਾਵੇ ਉੱਚੀ ਉੱਚੀ ਬੋਲ ਕੇ, ਇਹਦਾ ਮਨਜ਼ੂਰ ਨਹੀਂ। ਕਿਸੇ ਦਾ ਹੱਕ ਨਹੀਂ ਨੱਪਣਾ, ਕਿਸੇ ਨੂੰ ਠੇਸ ਨਹੀਂ ਪਹੁੰਚਾਉਣੀ, ਇਹ ਵੀ ਇੱਕ ਭਗਤੀ ਹੈ। ਹਰਖ ਸੁਖ ਨਹੀਂ ਆਵੇ। ਤੇ ਜਦੋਂ ਕਦੇ ਖੁਸ਼ੀ ਪ੍ਰਤੀਤ ਹੋਵੇ ਤੇ ਉਦੋਂ ਵੀ ਪਰਮੇਸ਼ਰ ਨਾ ਭੁੱਲੇ, ਤੇ ਜਦੋਂ ਕਦੇ ਘਰ ਦੇ ਵਿੱਚ ਦੁੱਖ ਦਾ ਸਮਾਂ ਆਵੇ ਉਦੋਂ ਵੀ ਪਰਮੇਸ਼ਰ ਨਾ ਭੁੱਲੇ, ਇਹ ਵੀ ਇੱਕ ਭਗਤੀ ਹੈ। ਦ੍ਰਿੜ ਨਿਸ਼ਚਾ ਕਰਤਾਰ ਵਖੈ ਅਤ। ਤੇ ਜਿਹੜੀ ਅੱਠਵੀਂ ਭਗਤੀ ਹੈ ਨਾ, ਦ੍ਰਿੜ ਨਿਸ਼ਚਾ, ਪੂਰਾ ਯਕੀਨ ਹੋਵੇ ਆਪਣੇ ਗੁਰੂ ਦੇ ਉੱਪਰ, ਪੂਰਾ ਯਕੀਨ ਕਰਕੇ ਰੱਖਣਾ ਹੈ। ਡੋਲ ਨ ਕਹੂੰ ਜਾਵੇ। ਕਦੇ ਵੀ ਡੋਲੀ ਨਾ। ਦੁੱਖਾਂ ਦਾ ਸਮਾਂ ਆਵੇ, ਭਾਵੇਂ ਇੱਥੇ ਬੰਦ ਕੱਟਿਆ ਜਾਵੇ, ਭਾਵੇਂ ਚਰਖੜੀਆਂ ਤੇ ਚਾੜਿਆ ਜਾਵੇ, ਭਾਵੇਂ ਝੂਠੇ ਮੁਕਾਬਲਿਆਂ ਅੰਦਰ ਸ਼ਹੀਦ ਕੀਤਾ ਜਾਵੇ, ਇੱਥੇ ਡੋਲਣ ਦਾ ਕੰਮ ਨਹੀਂ। ਜਿਹੜੀ ਸਿੱਖੀ ਹੈ ਨਾ, ਜਿਹੜੀ ਭਗਤੀ ਹੈ ਭਾਈ ਮਰਦਾਨਾ ਜੀ, ਇੱਥੇ ਡੋਲਣ ਦਾ ਕੰਮ ਨਹੀਂ। ਇਹ ਨਹੀਂ ਕਿ ਕਿਸੇ ਦੂਸਰੇ ਧਰਮ ਨੇ ਮਾਇਆ ਦਾ ਲਾਲਚ ਦੇ ਦਿੱਤਾ ਤੇ ਆਪਣਾ ਧਰਮ ਛੱਡ ਕੇ ਦੂਜਾ ਧਰਮ ਅਪਣਾ ਲਿਆ, ਜਾਂ ਦੁੱਖਾਂ ਦਾ ਸਮਾਂ ਆਇਆ ਹੈ, ਕੌਮ ਸ਼ਹੀਦ ਹੋ ਰਹੀ ਹੈ, ਮੱਤ ਰੁਲ ਰਹੀ ਹੈ, ਇਹ ਸੋਚ ਕਰਕੇ ਆਪਣੇ ਕੇਸ ਦਾੜੀ ਕਟਵਾ ਦਿੱਤੇ ਕਿ ਕਿਤੇ ਪੁਲਿਸ ਦੇ ਹੱਥੀ ਨਾ ਚੜ ਜਾਈਏ। ਇਹ ਸੋਚ ਕਰਕੇ ਆਪਣਾ ਧਰਮ ਨਹੀਂ ਬਦਲਣਾ, ਕਦੇ ਵੀ ਡੋਲਣਾ ਨਹੀਂ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਉੱਪਰ ਪੂਰਨ ਭਰੋਸਾ ਰੱਖਣਾ ਹੈ ਸੰਗਤ ਜੀ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਸਮਝਾ ਰਹੇ ਨੇ ਕਿ ਆਪਣੇ ਕਰਤਾਰ ਅਕਾਲ ਪੁਰਖ ਵਾਹਿਗੁਰੂ ਤੇ ਪੂਰਨ ਭਰੋਸਾ ਰੱਖਣਾ, ਕਦੇ ਨਾ ਡੋਲਣਾ, ਇਹ ਵੀ ਇੱਕ ਭਗਤੀ ਹੈ। ਹਰ ਸਰੂਪ ਸਭ ਨੂੰ ਕੋ ਜਾਣੈ। ਤੇ ਹਰ ਸਰੂਪ, ਜਿਹੜੀ ਨੌਵੀਂ ਭਗਤੀ ਹੈ ਨਾ, ਹਰ ਸਰੂਪ ਪਰਮੇਸ਼ਰ ਦਾ ਰੂਪ ਹੀ ਹਰ ਇੱਕ ਨੂੰ ਜਾਣਨਾ ਹੈ। ਭਾਵੇਂ ਹਿੰਦੂ ਹੈ, ਭਾਵੇਂ ਮੁਸਲਮਾਨ, ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਅਮੀਰ ਹੈ, ਕਹਿੰਦੇ ਹਰ ਇੱਕ ਵਿੱਚ ਤੂੰ ਪਰਮੇਸ਼ਰ ਦਾ ਰੂਪ ਹੀ ਦੇਖਣਾ ਹੈ। ਰਵਿਓ ਸਭ ਕੇ ਮਾਹੀ। ਕਿਉਂਕਿ ਉਹ ਪਰਮੇਸ਼ਰ ਸੱਚ ਵਿੱਚ ਹੀ ਹਰ ਇੱਕ ਦੇ ਵਿੱਚ ਬੈਠਾ ਹੈ। ਭਾਵੇਂ ਉਹ ਕੋਈ ਨਿੰਦਕ ਹੈ, ਭਾਵੇਂ ਕੋਈ ਸੰਤ ਹੈ, ਭਾਵੇਂ ਕੋਈ ਚੋਰ ਹੈ, ਉਹ ਹਰ ਇੱਕ ਦੇ ਵਿੱਚ ਵਰਤਦਾ ਹੈ, ਹਰ ਇੱਕ ਵਿੱਚ ਉਹਦੀ ਜੋਤ ਹੈ। ਇਹ ਬਿਤ ਹੈ ਸੂਖਮ ਕਰ ਵਰਨੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਮਰਦਾਨਾ ਜੀ, ਇਹ ਮੈਂ ਸੰਖੇਪ ਇਤਿਹਾਸ ਭਗਤੀਆਂ ਦਾ ਆਪ ਜੀਆਂ ਨੂੰ ਦੱਸਿਆ ਹੈ। ਏਕ ਪ੍ਰਾਪਤ ਚਾਹੀ। ਤੇ ਜੇਕਰ ਮਨੁੱਖ ਨੂੰ ਆਪਣੇ ਜੀਵਨ ਦੇ ਅੰਦਰ ਇਹਨਾਂ ਦੇ ਵਿੱਚੋਂ ਇੱਕੋ ਵੀ ਭਗਤੀ ਪ੍ਰਾਪਤ ਹੋ ਜਾਵੇ, ਕੁਲ ਸਮੇਤ ਤਰਹਿ ਭਵ ਸਾਗਰ। ਤੇ ਕੁਲ ਦੇ ਸਮੇਤ, ਪਰਿਵਾਰ ਦੇ ਸਮੇਤ
ਸੰਸਾਰ ਸਮੁੰਦਰ ਤੋਂ ਤਰਦਾ ਹੈ। ਅਵਰ ਤਰੈ ਤਹਿ ਸੰਗਾ। ਤੇ ਇੱਥੋਂ ਤੱਕ ਹੀ ਨਹੀਂ, ਉਹਦੀ ਸੰਗਤ ਕਰਨ ਵਾਲੇ ਜਿਹੜੇ ਆਂਢੀ ਗੁਆਂਢੀ ਉਹਦੇ ਦੋਸਤ ਮਿੱਤਰ ਨੇ, ਜੋ ਰਿਸ਼ਤੇਦਾਰ ਸੰਬੰਧੀ ਨੇ, ਜੇਕਰ ਉਹ ਵੀ ਉਹਦੀ ਸੰਗਤ ਕਰਨਗੇ ਤੇ ਉਹ ਵੀ ਤਰ ਜਾਣਗੇ। ਭਗਤ ਕਰਤ ਮਾਇਆ ਨਹਿ ਮੋਹੇ। ਤੇ ਇਹਨਾਂ ਭਗਤੀਆਂ ਨੂੰ ਕਰਦੇ ਸਮੇਂ ਸੰਸਾਰ ਦੀ ਮਾਇਆ ਦਾ ਵੀ ਜ਼ੋਰ ਨਹੀਂ ਚੱਲੇਗਾ। ਰਚੇ ਹਰ ਕੇ ਰੰਗਾ। ਤੇ ਮਨੁੱਖ ਪਰਮੇਸ਼ਰ ਦੇ ਰੰਗ ਵਿੱਚ ਰਚਿਆ ਜਾਂਦਾ ਹੈ, ਰੰਗਿਆ ਜਾਂਦਾ ਹੈ। ਝੂਲ ਕਾ ਛੰਦ ਮਰਦਾਨਾ ਸੁਣ ਕਰ ਤਬੈ। ਭਾਈ ਮਰਦਾਨੇ ਨੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਮੁਖੋਂ ਜਦੋਂ ਇਹ ਭਗਤੀਆਂ ਬਾਰੇ ਸੁਣਿਆ ਹੈ, ਪਦ ਪਰ ਧਾਰ ਲਿਲਾਰ ਅਲਾਵੈ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੂੰ ਨਮਸਕਾਰ ਕੀਤੀ ਹੈ। ਸਤ ਬਚਨ ਤੁਮ ਕਹਿਤ ਹੋ। ਮਹਾਰਾਜ ਆਪ ਜੀ ਸੱਚੇ ਹੀ ਬਚਨ ਕਹਿੰਦੇ ਹੋ। ਜੇ ਭਵ ਕੇ ਦੁਖਦਾਰ। ਤੇ ਜਿਹੜੇ ਸੰਸਾਰ ਦੇ ਦੁਖਦਾਰ ਰਸਤੇ ਨੇ ਨਾ, ਸੰਸਾਰ ਹੈ ਬੜਾ ਦੁੱਖਾਂ ਦਾ ਸਮੁੰਦਰ ਹੈ, ਇਸ ਨੂੰ ਤਰਨ ਵਾਸਤੇ ਭਗਤੀ ਦੀ ਜ਼ਰੂਰਤ ਹੈ। ਦੁਬਾਇਆ ਛੰਦ ਕਿਤਨੇ ਮਹਿ ਲਾਲੋ ਤਹ ਆਵਾ। ਹਾਲੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਅਤੇ ਭਾਈ ਮਰਦਾਨਾ ਜੀ ਹਜੇ ਵਚਨ ਵਿਲਾਸ ਕਰ ਰਹੇ ਨੇ। ਇੰਨੇ ਸਮੇਂ ਨੂੰ ਭਾਈ ਲਾਲੋ ਜੀ ਆਏ ਨੇ। ਇਹ ਬਿਦ ਕਹਿਓ ਸੁਣਾਈ। ਤੇ ਆ ਕਰਕੇ ਇਸ ਪ੍ਰਕਾਰ ਬੇਨਤੀ ਕੀਤੀ ਹੈ। ਅਜ ਵਹਿ ਅਸਨ ਜਲਫੋ ਸ੍ਰੀ ਨਾਨਕ। ਕਹਿਣ ਲੱਗਾ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਭੋਜਨ ਤਿਆਰ ਹੈ, ਆਓ ਰਸੋਈ ਦੇ ਨੇੜੇ ਚੌਂਕੇ ਦੇ ਕੋਲ ਬੈਠ ਕੇ ਪ੍ਰਸ਼ਾਦਾ ਛਕਣਾ ਕਰੋ। ਕੁੰਜਰ ਮ੍ਰਿਗੜਾਈ। ਮਹਾਰਾਜ ਜਿਹੜਾ ਸੰਸਾਰ ਹੈ ਇਹਦੇ ਵਿੱਚ ਹਾਥੀਆਂ ਵਰਗੇ ਦੁੱਖ ਨੇ, ਤੇ ਤੁਸੀਂ ਸ਼ੇਰ ਦੀ ਨਿਆਈ ਹੋ। ਤੇ ਸ਼ੇਰ ਜਦੋਂ ਗਰਜਦਾ ਹੈ ਤੇ ਹਾਥੀ ਦੌੜ ਜਾਂਦੇ ਨੇ, ਦੁੱਖ ਦੌੜ ਜਾਂਦੇ ਨੇ। ਭਵਬੰਧਨ ਪੰਨਗ ਜੇ ਕਰਸੇ। ਇਹ ਜਿਹੜਾ ਸੰਸਾਰ ਹੈ ਨਾ, ਇਹਦੇ ਵਿੱਚ ਜਿਹੜੇ ਲੋਕ ਨੇ ਉਹ ਜਿਵੇਂ ਸੱਪਾਂ ਦੇ ਕੋਈ ਫੜੇ ਹੋਣ, ਸੱਪਾਂ ਵਰਗਾ ਸੰਸਾਰ ਹੈ। ਤੇ ਲੋਕ ਇਹਨਾਂ ਸੱਪਾਂ ਦੇ ਬੰਧਨਾਂ ਵਿੱਚ ਗਰਸੇ ਹੋਏ ਨੇ। ਮੈਨ ਤਏ ਹੋ ਤਿਨ ਕੋ। ਤੇ ਆਪ ਜੀਆਂ ਦੇ ਜਿਹੜੇ ਬਚਨ ਨੇ ਇਹ ਗਰੜ ਪੰਛੀ ਵਰਗੇ ਨੇ। ਤੇ ਜਿਸ ਰੁੱਖ ਦੇ ਉੱਪਰ ਗਰੜ ਪੰਛੀ ਬੈਠਾ ਹੋਵੇ ਸੰਗਤ ਜੀ, ਉਸ ਰੁੱਖ ਦੇ ਨਜ਼ਦੀਕ ਭਾਵੇਂ ਜਿੰਨੇ ਮਰਜ਼ੀ ਤਕੜੇ ਸੱਪ ਦੀ ਖੁੱਡ ਹੋਵੇ, ਪਰ ਜਦੋਂ ਉਹ ਗਰੜ ਪੰਛੀ ਨੂੰ ਵੇਖ ਲੈਂਦਾ ਹੈ ਤੇ ਸੱਪ ਖੁੱਡੋਂ ਬਾਹਰ ਨਹੀਂ ਹੁੰਦਾ। ਭਾਈ ਲਾਲੋ ਜੀ ਕਹਿ ਰਹੇ ਨੇ, ਮਹਾਰਾਜ ਜਿਹੜੇ ਸੰਸਾਰ ਦੇ ਲੋਕ ਨੇ ਨਾ, ਇਹ ਸੰਸਾਰ ਦੇ ਬੰਧਨਾਂ ਵਿੱਚ ਜਾਣੋ ਸੱਪਾਂ ਦੇ ਗਰਸੇ ਹੋਏ ਨੇ। ਤੇ ਆਪ ਜੀ ਗਰੜ ਪੰਛੀ ਦੀ ਨਿਆਈ ਹੋ। ਕਰ ਕਿਰਤਾਰਥ ਮੁਝ ਕਰਨਾ ਕਰ। ਮਹਾਰਾਜ ਮੇਰੇ ਉੱਪਰ ਕਿਰਪਾ ਕਰੋ, ਮੈਨੂੰ ਵੀ ਕੋਈ ਬਚਨ ਦੇਣਾ ਕਰੋ। ਆਨੰਦ ਪਾਏ ਅਸਨ ਕੋ। ਤੇ ਆਪ ਜੀ ਮੇਰੇ ਘਰ ਦਾ ਭੋਜਨ ਛਕ ਕੇ ਮੇਰਾ ਜੀਵਨ ਸਫਲ ਕਰੋ ਜੀ। ਸੁਣ ਕਰ ਸ੍ਰੀ ਮੁਖ ਬਚਨਾ ਪਾਖੇ। ਇਸ ਪ੍ਰਕਾਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਦੀ ਬੇਨਤੀ ਸੁਣ ਕੇ ਬੋਲੇ ਨੇ। ਆਨੰਦੋ ਇਹ ਠਾ ਜਾਈ। ਕਹਿਣ ਲੱਗੇ ਮਹਾਰਾਜ ਕਿ ਅਸੀਂ ਇੱਥੋਂ ਕਿੱਥੇ ਜਾਣਾ ਹੈ, ਇਸ ਜਗ੍ਹਾ ਦੇ ਉੱਪਰ ਹੀ ਤੁਸੀਂ ਭੋਜਨ ਲਾਇਆ ਵੋ। ਕਹਿ ਲਾਲੋ ਤੁਮਰੇ ਗਲ ਜੰਜੂ। ਕਹਿਣ ਲੱਗਾ ਮਹਾਰਾਜ ਆਪ ਜੀ ਬੜੀ ਚੰਗੀ ਕੁਲ ਦੇ ਧਾਰਨੀ ਹੋ, ਚੰਗੀ ਕੁਲ ਦੇ ਜਨਮੇ ਹੋ। ਤੁਮਰੇ ਗਲ ਜੰਜੂ ਵਹਿਰ ਅਸਨ ਕਿਉ ਪਾਈ। ਤੇ ਮਹਾਰਾਜ ਆਪ ਜੀ ਬਾਹਰ ਬੈਠ ਕੇ ਭੋਜਨ ਕਿਉਂ ਛਕੋਗੇ? ਆਪ ਜੀ ਬੜੀ ਚੰਗੀ ਕੁਲ ਦੇ ਜਾਏ ਹੋ ਤੇ ਆਪ ਜੀ ਬਾਹਰ ਬੈਠ ਕੇ ਭੋਜਨ ਕਿਉਂ ਛਕੋਗੇ? ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਹਿੰਦੂ ਦਬਕਾ ਜ਼ਿਆਦੇ ਸੀ। ਪੰਡਤਾਂ ਵੱਲੋਂ ਇਹ ਪ੍ਰਚਾਰਿਆ ਗਿਆ ਸੀ ਕਿ ਜਦੋਂ ਵੀ ਕੋਈ ਨੀਚ ਕੁਲ ਦਾ, ਨੀਵੀਂ ਕੁਲ ਦਾ ਬੰਦਾ ਚੌਂਕੇ ਦੇ ਉੱਪਰ ਜਾਂਦਾ ਹੈ ਤੇ ਚੌਂਕਾ ਪਿੱਟਿਆ ਜਾਂਦਾ ਹੈ, ਜਿਹੜਾ ਖਾਣਾ ਹੈ ਉਹ ਪਿੱਟਿਆ ਜਾਂਦਾ ਹੈ। ਇਸ ਪ੍ਰਕਾਰ ਭਾਈ ਲਾਲੋ ਜੀ ਕਹਿਣ ਲੱਗੇ ਨੇ, ਮਹਾਰਾਜ ਆਪ ਜੀ ਤਾਂ ਚੰਗੀ ਕੁਲ ਦੇ ਇਨਸਾਨ ਹੋ, ਚੰਗੀ ਕੁਲ ਦੇ ਜਾਏ ਹੋ, ਆਪ ਜੀ ਬਾਹਰ ਬੈਠ ਕੇ ਹੋਰਾਂ ਵਾਂਗੂ ਕਿਉਂ ਪ੍ਰਸ਼ਾਦਾ ਛਕੋਗੇ? ਆਪ ਜੀ ਮੇਰੇ ਨਾਲ ਆ ਕੇ ਚੌਂਕੇ ਵਿੱਚ ਹੀ ਛਕਣਾ ਕਰੋ। ਚੌਂਕੇ ਅੰਦਰ ਚਲ ਕਰ ਜੇਵੋ। ਮਹਾਰਾਜ ਆਪ ਜੀ ਚੌਂਕੇ ਦੇ ਅੰਦਰ ਚੱਲ ਕੇ ਜਾਓ, ਉੱਥੇ ਬੈਠ ਕੇ ਆਨੰਦ ਨਾਲ ਛਕੋ। ਉੱਤਮ ਜਨਮ ਤੁਮਾਰਾ। ਆਪ ਜੀ ਬੜੀ ਚੰਗੀ ਕੁਲ ਦੇ ਜਨਮੇ ਹੋ। ਜੇ ਇਹ ਥਾਮ
ਬਾਬੂ ਸੁਆਮੀ। ਮਹਾਰਾਜ ਜੇਕਰ ਤੁਸੀਂ ਚੌਂਕੇ ਦੇ ਨੇੜੇ ਨਹੀਂ ਜਾਣਾ, ਇੱਥੇ ਹੀ ਬੈਠ ਕੇ ਭੋਜਨ ਛਕਣਾ ਹੈ, ਮੰਗਵਾਉਣਾ ਹੈ। ਸੰਸੈ ਹੋਏ ਹਮਾਰਾ। ਤੇ ਮੇਰੇ ਹਿਰਦੇ ਅੰਦਰ ਬੜਾ ਸ਼ੰਕਾ ਪੈਦਾ ਹੋਵੇਗਾ, ਮੇਰੇ ਹਿਰਦੇ ਅੰਦਰ ਇੱਕ ਭਰਮ ਪੈਦਾ ਹੋਵੇਗਾ। ਸ੍ਰੀ ਮੁਖ ਕਹਿਤ ਧਰਤ ਹੈ ਜਿਤਨੀ। ਤੇ ਮਹਾਰਾਜ ਮੇਰਾ ਇਹ ਸ਼ੰਕਾ ਜਾਂ ਤਾਂ ਦੂਰ ਕਰ ਦੇਵੋ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਭਾਈ ਲਾਲੋ ਜੀ, ਇਹ ਜਿੰਨੀ ਵੀ ਧਰਤੀ ਹੈ, ਜਿਤਨੋ ਚੌਂਕਾ ਜਾਨੋ। ਇਹ ਸਾਰਾ ਹੀ ਸਾਡਾ ਚੌਂਕਾ ਹੈ। ਚੌਂਕੇ ਦਾ ਕੰਮ ਕੀ ਹੁੰਦਾ ਹੈ? ਭੋਜਨ ਪਕਾਉਣਾ, ਭੋਜਨ ਤਿਆਰ ਕਰਨਾ। ਤੇ ਧਰਤੀ ਦਾ ਕੰਮ ਕੀ ਹੈ? ਭੋਜਨ ਪੈਦਾ ਕਰਨਾ। ਇਹ ਸਾਰੀ ਧਰਤੀ ਹੀ ਸਾਡਾ ਚੌਂਕਾ ਹੈ। ਸਾਗਰ ਤੇ ਸੇ ਸੁੱਚੇ ਹੋਏ। ਤੇ ਮਹਾਰਾਜ ਕਹਿਣ ਲੱਗੇ, ਦਰਅਸਲ ਭਾਈ ਲਾਲੋ ਜੀ, ਜਿਨ੍ਹਾਂ ਦੇ ਪੱਲੇ ਸੱਚ ਹੁੰਦਾ ਹੈ ਨਾ, ਉਹੀ ਸੰਸਾਰ ਵਿੱਚ ਸੁੱਚੇ ਕਹਾਉਂਦੇ ਨੇ। ਮਨ ਕੋ ਭਰਮ ਮਿਟਾਨੋ। ਤੇ ਆਪਣੇ ਮਨ ਦੇ ਜਿਹੜੇ ਭਰਮ ਹਨ, ਜਦੋਂ ਬੰਦਾ ਮਿਟਾ ਲੈਂਦਾ ਹੈ, ਅਸਲ ਸੁੱਚਾ ਹੋ ਜਾਂਦਾ ਹੈ। ਸੁਣ ਕਰ ਲਾਲੋ ਵਿਕਸਿਆ ਤਬਹੀ। ਭਾਈ ਲਾਲੋ ਜੀ ਦੇ ਵਚਨ ਸੁਣ ਕਰਕੇ ਬਹੁਤਾ ਪ੍ਰਸੰਨ ਖੁਸ਼ ਹੋਇਆ ਹੈ। ਆਨਿਓ ਭੋਜਨ ਧਾਈ। ਤੇ ਛੇਤੀ ਦੇ ਨਾਲ ਭੋਜਨ ਲੈ ਕੇ ਆਇਆ ਹੈ। ਬਣੀ ਬਾਜਰੇ ਕੀ ਸੁਖ ਰੋਟੀ। ਕਵੀ ਜੀ ਕਹਿੰਦੇ, ਜਦੋਂ ਭਾਈ ਮਰਦਾਨੇ ਨੇ ਬਾਜਰੇ ਦੀ ਬਣੀ ਹੋਈ ਰੋਟੀ ਵੇਖੀ ਹੈ, ਸਰਖਤ ਸਾਗ ਬਣਾਈ। ਤੇ ਸਰੋਂ ਦਾ ਸਾਗ ਨਾਲ ਤਿਆਰ ਕੀਤਾ ਹੈ। ਮਰਦਾਨੇ ਅਵਲੋਕ ਆਹਾਰਾ। ਤੇ ਜਦੋਂ ਐਸਾ ਆਹਾਰ, ਐਸਾ ਖਾਣਾ, ਬਾਜਰੇ ਦੀ ਰੋਟੀ ਨਾਲ ਸਰੋਂ ਦਾ ਸਾਗ ਭਾਈ ਮਰਦਾਨੇ ਨੇ ਵੇਖਿਆ ਹੈ, ਮਨ ਮਹਿ ਗੱਟੀ ਵਿਚਾਰੀ। ਤੇ ਮਨ ਦੇ ਅੰਦਰ ਭਾਈ ਮਰਦਾਨਾ ਗਿਣਤੀਆਂ ਜੀਆਂ ਕਰਨ ਲੱਗਾ ਹੈ ਕਿ ਸੁਲਤਾਨਪੁਰ ਲੋਧੀ ਨੂੰ ਛੱਡ ਕੇ 17 ਦਿਨਾਂ ਬਾਅਦ ਇੱਥੇ ਪਹੁੰਚੇ ਆ। ਤੇ ਇੱਥੇ ਵੀ ਉਹੀ ਰੋਟੀ ਆ, ਉਹੀ ਸਰੋਂ ਦਾ ਸਾਗ ਆ ਜਿਹੜਾ ਪੰਜਾਬ ਦੇ ਵਿੱਚ ਛੱਡ ਕੇ ਆਏ ਆ। ਇੱਥੇ ਵੀ ਮੱਥੇ ਉਹੀ ਲੱਗਿਆ ਹੈ। ਜਿਹ ਬਿਰਦ ਗੁਣੀ ਸੋ ਜਾਨੀ। ਇਸ ਪ੍ਰਕਾਰ ਜਦੋਂ ਆਪਣੇ ਮਨ ਦੇ ਅੰਦਰ ਗਿਣਤੀਆਂ ਮਿਣਤੀਆਂ ਕਰ ਰਿਹਾ ਹੈ ਨਾ, ਕਿ ਜਿਹੜਾ ਚੀਜ਼ ਪੰਜਾਬ ਦੇ ਵਿੱਚ ਮਸ਼ਹੂਰ ਸੀ, ਉਹੀ ਏਮਨਾਬਾਦ ਵਿੱਚ ਆ ਕੇ ਟੱਕਰੀ ਆ। ਇੱਥੇ ਵੀ ਬਾਜਰੇ ਦੀ ਰੋਟੀ, ਉਹੀ ਸਰੋਂ ਦਾ ਸਾਗ ਹੈ। ਜਦੋਂ ਇਸ ਪ੍ਰਕਾਰ ਮਨ ਦੇ ਅੰਦਰ ਭਾਈ ਮਰਦਾਨਾ ਜੀ ਸੋਚ ਰਹੇ ਨੇ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਜ਼ਦੀਕ ਬੈਠੇ ਨੇ। ਜਾਨੀ ਸ੍ਰੀ ਗੁਰ ਅੰਤਰਜਾਮੀ ਸਾਰੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅੰਤਰਜਾਮੀ ਮਹਾਰਾਜ ਜੀਆਂ ਨੇ ਭਾਈ ਮਰਦਾਨੇ ਦੇ ਮਨ ਦੀ ਸਾਰੀ ਜਿਹੜੀ ਘਾਟ ਘਟੀ ਹੋਈ ਸੀ, ਉਹ ਜਾਣ ਲਈ ਹੈ। ਭਾਈ ਮਰਦਾਨਾ ਆਪਣੇ ਹਿਰਦੇ ਅੰਦਰ, ਮਨ ਅੰਦਰ ਕੀ ਸੋਚ ਰਿਹਾ ਹੈ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਕੋਲ ਬੈਠੇ ਮਹਿਸੂਸ ਕੀਤਾ ਹੈ, ਸਾਰੀ ਗੱਲ ਜਾਣੀ ਹੈ। ਮਰਦਾਨੇ ਕਿਉਂ ਗਿਣਤੀ ਕੀਨੀ। ਕਹਿਣ ਲੱਗੇ, ਗੁਰੂ ਨਾਨਕ ਭਾਈ ਮਰਦਾਨਾ ਜੀ, ਕਿਉਂ ਗਿਣਤੀਆਂ ਕਰ ਰਹੇ ਹੋ? ਅਜ ਕਹੋ ਜਾਨੋ ਤਬਹੀ। ਤੁਸੀਂ ਇੱਕ ਵਾਰੀ ਬੁਰਕੀ ਲਾ ਕੇ ਤਾਂ ਵੇਖੋ, ਫੇਰ ਦੱਸਿਓ। ਕਹਿ ਕਰ ਦੀਨੋ ਨਿਜ ਕਰ ਅਸਨਾ। ਤੇ ਕਹਿ ਕਰ ਦੀਨੋ। ਇਸ ਪ੍ਰਕਾਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਆਪਣੇ ਹੱਥਾਂ ਨਾਲ ਭਾਈ ਮਰਦਾਨੇ ਨੂੰ ਪ੍ਰਸ਼ਾਦਾ ਫੜਾਇਆ ਹੈ। ਜੋ ਦਾਨੀ ਸੁਖ ਸਬਹੀ। ਤੇ ਜੋ ਬਹੁਤਿਆਂ ਸੁੱਖਾਂ ਨੂੰ ਦੇਣ ਵਾਲੀ ਗੱਲ ਹੈ। ਮਰਦਾਨੇ ਤੁਮ ਪਾਇਓ ਕੌਰਾ। ਤੇ ਭਾਈ ਮਰਦਾਨੇ ਨੇ ਬੜਾ ਦੁਖੀ ਜਿਹਾ ਹੋ ਕੇ ਇੱਕ ਬੁਰਕੀ ਤੋੜੀ ਹੈ। ਸੁਦਾ ਸਵਾਦ ਜਨ ਆਇਆ। ਤੇ ਜਦੋਂ ਬੁਰਕੀ ਸਾਗ ਦੇ ਨਾਲ ਲਾ ਕੇ ਸੰਗਤ ਜੀ ਮੂੰਹ ਵਿੱਚ ਪਾਈ ਹੈ ਨਾ, ਤੇ ਅੰਮ੍ਰਿਤ ਵਰਗਾ ਸਵਾਦ ਆਇਆ ਹੈ। ਪਰਮ ਪੁਰਖ ਪੂਰਨ ਪਰਮਾਤਮਾ। ਪਰਮ ਪੁਰਖ ਪਰਮੇਸ਼ਰ ਰੂਪ ਸਤਿਗੁਰੂ ਸਭ ਦੇ ਮਾਲਕ ਗੁਰੂ ਨਾਨਕ ਦੇਵ ਜੀ ਸ੍ਰੀ ਮੁਖ ਵਾਕ ਅਲਾਇਆ। ਮਹਾਰਾਜ ਜੀਆਂ ਨੇ ਆਪਣੇ ਪਾਵਨ ਮੁਖ ਤੋਂ ਭਾਈ ਮਰਦਾਨੇ ਨੂੰ ਪੁੱਛਣਾ ਕੀਤਾ ਹੈ, ਅਸਨ ਬਣਿਓ ਹੈ ਕੈਸੇ ਸਵਾਦਾ। ਤੇ ਭਾਈ ਮਰਦਾਨਾ ਜੀ ਹੁਣ ਦੱਸਣਾ ਕਰੋ, ਕਿਵੇਂ ਦਾ ਭੋਜਨ ਲੱਗਿਆ ਹੈ। ਦੇਵ ਕੋ ਸੁਧ ਮਰਦਾਨਾ। ਭਾਈ ਮਰਦਾਨਾ ਜੀ ਸਾਨੂੰ ਖਬਰ ਦੱਸਣੀ ਕਰੋ, ਇਹ ਖਬਰ ਦੇਣਾ ਕਰੋ ਕਿ ਇਹੋ ਜਿਹਾ ਭੋਜਨ ਕਦੇ ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ ਛਕਿਆ ਹੈ। ਮੁਸਕ ਮਨਾਕ ਭਨੇ ਬਚ ਐਸੇ। ਭਾਈ ਮਰਦਾਨਾ ਜੀ ਸ਼ਰਮਸਾਰ ਜਿਹਾ ਹੋਇਆ, ਇਹ ਨੀਵੀਂ ਦੀ ਪਾਈ ਹੈ ਤੇ ਥੋੜਾ ਥੋੜਾ ਹੱਸ ਰਿਹਾ ਹੈ। ਕੈਸੇ ਕਰੋ ਬਖਾਨਾ। ਹੱਸਦਾ ਜਿਹਾ ਬੇਸ਼ਰਮ ਜਿਹਾ ਹੋ ਕੇ ਕਹਿਣ ਲੱਗਾ, ਮਹਾਰਾਜ ਕਿਵੇਂ ਬਖਿਆਨ ਕਰਾਂ, ਕਿਵੇਂ ਦੱਸਾਂ। ਸੁਨਿਓ ਸੁਦਾ ਪਸਿਆੰਤ ਨਾ ਕਹੂੰ। ਮਹਾਰਾਜ ਅੰਮ੍ਰਿਤ ਬਾਰੇ ਸੁਣਿਆ ਬਹੁਤ
ਪਰ ਕਦੇ ਵੀ ਵੇਖਿਆ ਨਹੀਂ, ਅੰਮ੍ਰਿਤ ਕਦੇ ਵੀ ਚਖਿਆ ਨਹੀਂ। ਪਰ ਇਹ ਭੋਜਨ ਖਾ ਕੇ ਇਦਾਂ ਲੱਗਦਾ ਹੈ ਕਿ ਅੰਮ੍ਰਿਤ ਇਸੇ ਵਰਗਾ ਹੋਵੇਗਾ। ਸਾਧ ਬਣਿਓ ਹੈ ਸੋ ਮਹਾਰਾਜ ਬਹੁਤਾ ਸਵਾਦ ਭੋਜਨ ਬਣਿਆ ਹੈ। ਅੰਤਰ ਜਾਮੀ ਜਨ ਹੋ ਤੁਮ ਸਭ। ਮਹਾਰਾਜ ਆਪ ਜੀ ਅੰਤਰਜਾਮੀ ਹੋ, ਦਿਲਾਂ ਦੀਆਂ ਜਾਣਨ ਵਾਲੇ ਹੋ, ਸਭ ਜਾਣਦੇ ਹੋ। ਬਾਤ ਹੈ ਔਰ ਮਹਿ ਜੋ। ਮਹਾਰਾਜ ਤੁਸੀਂ ਜਾਣਦੇ ਹੋ ਕਿ ਮੇਰੇ ਹਿਰਦੇ ਅੰਦਰ, ਮੇਰੇ ਮਨ ਦੇ ਅੰਦਰ ਕੀ ਚੱਲ ਰਿਹਾ ਹੈ। ਲਾਲੋ ਬਿਨੈ ਸੁਨਾਈ ਸੁਣ ਕੇ। ਇਸ ਪ੍ਰਕਾਰ ਜਦੋਂ ਭਾਈ ਲਾਲੋ ਨੂੰ ਪਤਾ ਲੱਗਿਆ ਇਹਨਾਂ ਕੇ ਭੋਜਨ ਬਹੁਤ ਸਵਾਦ ਹੈ, ਬੇਨਤੀ ਕੀਤੀ ਹੈ। ਵੱਡਿਆਂ ਕੀ ਵਡਿਆਈ। ਕਹਿਣ ਲੱਗਾ ਮਹਾਰਾਜ ਇਹ ਤਾਂ ਵੱਡਿਆਂ ਦੀ ਵਡਿਆਈ ਆ, ਤੁਸੀਂ ਮੇਰੇ ਭੋਜਨ ਨੂੰ, ਗਰੀਬ ਦੇ ਭੋਜਨ ਨੂੰ ਇੰਨੀ ਵਡਿਆਈ ਬਖਸ਼ੀ ਹੈ। ਆਓ ਪੁਰਖ ਮੈਂ ਦੇਖਤ ਹਿਤ ਕਰ। ਭਾਵ ਪ੍ਰੇਮ ਦੇ ਸਹਿਤ, ਬੜੇ ਪ੍ਰੇਮ ਦੇ ਸਹਿਤ, ਬੜੇ ਭਾਵ ਦੇ ਸਹਿਤ ਵੇਖਦਾ ਹੈ। ਅਸਨ ਵਿਚਾਰ ਨ ਕਾਈ। ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਭਾਈ ਲਾਲੋ ਜੀ ਇਹ ਤਾਂ ਤੇਰੇ ਪ੍ਰੇਮ ਦਾ ਅਸਰ ਹੈ, ਇਹ ਤੇਰੇ ਭਾਵ ਦਾ ਅਸਰ ਹੈ। ਜੈਸਾ ਮਨ ਤੈਸਾ ਅੰਨ, ਜਿਹੋ ਜਿਹਾ ਮਨ ਪਕਾਉਣ ਵਾਲੇ ਦਾ, ਬਣਾਉਣ ਵਾਲੇ ਦਾ ਹੋਵੇਗਾ ਨਾ ਸੰਗਤ ਜੀ, ਉਸੇ ਪ੍ਰਕਾਰ ਦਾ ਹੀ ਅਸਲ ਭੋਜਨ ਤਿਆਰ ਹੁੰਦਾ ਹੈ। ਸ਼੍ਰੀ ਹਰਿਮੰਦਰ ਸਾਹਿਬ ਦੀ ਧਰਤੀ ਦੇ ਉੱਪਰ ਅੱਜ ਤੋਂ 20 ਸਾਲ ਵੀ ਪਹਿਲਾਂ ਤੁਸੀਂ ਦਾਲ ਫੁਲਕਾ ਛਕਿਆ ਹੋਵੇਗਾ। ਅੱਜ ਤੋਂ 20 ਸਾਲ ਬਾਅਦ ਫਿਰ ਜਾ ਕੇ ਛਕ ਲਿਓ, ਉਹੀ ਸਵਾਦ ਹੈ ਉੱਥੋਂ ਦੀ ਦਾਲ ਦਾ। ਕੋਈ ਗਿਣਤੀ ਮਿਣਤੀ ਨਹੀਂ ਕੀਤੀ ਜਾਂਦੀ ਕਿ ਇਹਦੇ ਵਿੱਚ ਕਿੰਨਾ ਕੁ ਮਸਾਲਾ ਪਾਉਣਾ ਹੈ, ਕਿੰਨੀ ਕੁ ਲੂਣ ਮਿਰਚ ਪਾਉਣੀ ਹੈ, ਅੰਦਾਜ਼ੇ ਨਾਲ ਪਾਇਆ ਜਾਂਦਾ। ਅਸਰ ਕੀ ਹੈ ਕਿ ਉੱਥੇ ਗੁਰਬਾਣੀ ਚੱਲ ਰਹੀ ਹੈ, ਗੁਰਬਾਣੀ ਦਾ ਮੰਤਰ ਹੁੰਦਾ ਹੈ। ਤੇ ਜਿਸ ਭੋਜਨ ਦੇ ਉੱਪਰ ਗੁਰਬਾਣੀ ਦੇ ਮੰਤਰ ਪੜ੍ਹੇ ਜਾਣ, ਕੋਲ ਗੁਰਬਾਣੀ ਪੜ੍ਹੀ ਜਾਵੇ, ਉਹਦਾ ਸਵਾਦ ਸੰਸਾਰ ਤੋਂ ਵੱਖਰਾ ਹੁੰਦਾ। ਘਰ ਦੇ ਅੰਦਰ ਅਸੀਂ ਜਿੰਨਾ ਕੁਝ ਮਰਜ਼ੀ ਤਿਆਰ ਕਰ ਲਈਏ, ਪਰ ਕਦੇ ਵੀ ਲੰਗਰ ਵਰਗੀ ਚੀਜ਼ ਤਿਆਰ ਨਹੀਂ ਹੋ ਸਕਦੀ, ਕਿਉਂਕਿ ਉੱਥੇ ਗੁਰਬਾਣੀ ਦਾ ਅਸਰ ਹੈ ਤੇ ਘਰ ਦੇ ਅੰਦਰ ਗੱਲਾਂ ਦਾ ਤੇ ਗੀਤਾਂ ਦਾ ਅਸਰ ਹੁੰਦਾ ਹੈ। ਤੇ ਜਿਹੋ ਜਿਹਾ ਪਕਾਵਾਂਗੇ, ਜਿਹੜਾ ਕੋਈ ਛਕੇਗਾ ਉਹਦੇ ਉੱਪਰ ਉਹੋ ਜਿਹਾ ਹੀ ਅਸਰ ਹੋਵੇਗਾ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਭਾਵ ਪੁਰਖ ਮੈਂ ਦੇਖਤ ਹਿਤ ਕਰ, ਕਿ ਭਾਈ ਲਾਲੋ ਜੀ ਇਹਦੇ ਅੰਦਰ ਤੇਰੇ ਪ੍ਰੇਮ ਦਾ ਅਸਰ ਹੈ, ਤੇਰੇ ਭਾਵ ਦਾ ਅਸਰ ਹੈ। ਅਸਨ ਵਿਚਾਰ ਨਾ ਕਾਈ, ਭੋਜਨ ਤਾਂ ਉਹੀ ਹੈ, ਸਾਗ ਉਹੀ ਹੈ, ਬਾਜਰਾ ਉਹੀ ਹੈ ਜਿਹੜਾ ਦੇਸ਼ਾਂ ਵਿਦੇਸ਼ਾਂ ਵਿੱਚ ਹੁੰਦਾ ਹੈ, ਪਰ ਇਹਦੇ ਵਿੱਚ ਸਵਾਦ ਵੱਖਰਾ ਹੈ। ਉਹ ਕੀ ਹੈ? ਉਹ ਤੇਰੀ ਭਗਤੀ ਦਾ, ਤੇਰੇ ਪ੍ਰੇਮ ਦਾ ਸਵਾਦ ਹੈ। ਦੁਹਰਾ ਭਾਜੀ ਲੀਨੀ ਬਿਦਰ ਕੀ। ਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਨੇ ਕਿ ਜਦੋਂ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਆਏ ਨੇ ਆਪਣੀਆਂ ਸ਼ਰਧਾਲੂਆਂ, ਆਪਣੀਆਂ ਸੇਵਕਾਂ ਦੇ ਕੋਲ, ਤੇ ਗਰੀਬ ਬਿਦਰ ਦੇ ਹੱਥੋਂ ਲੂਣਾ ਸਾਗ ਖਾਦਾ ਹੈ। ਦੁਰਯੋਧਨ ਤਜਰਾਜ। ਤੇ ਦੁਰਯੋਧਨ ਦਾ ਰਾਜ ਛੱਡਿਆ ਹੈ। ਤੇ ਜਦੋਂ ਦੂਜੇ ਦਿਨ ਦਿੱਲੀ ਦੇ ਦੁਰਯੋਧਨ ਨੇ ਪੁੱਛਿਆ ਹੈ ਨਾ ਕਿ ਤੁਸੀਂ ਮਹਾਰਾਜ ਗਰੀਬ ਦੇ ਘਰੇ ਪ੍ਰਸ਼ਾਦਾ ਛਕ ਲਿਆ, ਮੇਰਾ ਜਿਹੜਾ ਰਾਜ ਭਾਗ ਛੱਡ ਕਰਕੇ, ਤੇ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਨੇ ਕਹਿਣਾ ਕੀਤਾ ਹੈ ਕਿ ਦੁਰਯੋਧਨ ਤੇਰੇ ਪੱਲੇ ਰਾਜ ਹੈ, ਉਹਦੇ ਪੱਲੇ ਭਗਤੀ ਹੈ। ਉਹਦਾ ਜਿਹੜਾ ਜਲ ਸੀ ਨਾ, ਉਹਦਾ ਜਿਹੜਾ ਪਾਣੀ ਸੀ, ਉਹ ਵੀ ਅੰਮ੍ਰਿਤ ਵਰਗਾ ਸੀ, ਦੁੱਧ ਵਰਗਾ ਸੀ। ਉਹਦਾ ਜਿਹੜਾ ਅਲੂਣਾ ਸਾਗ ਸੀ, ਉਹ ਵੀ ਖੀਰ ਵਰਗਾ ਸਵਾਦ ਲੱਗਿਆ ਹੈ। ਨਿਜ ਮਰ ਕੇ ਤੰਦੁਲ ਲਏ। ਇਸ ਪ੍ਰਕਾਰ ਗਰੀਬ ਸਦਾਮੇ ਦੇ ਕੋਲੋਂ ਲੈ ਕਰਕੇ ਸ਼੍ਰੀ ਕ੍ਰਿਸ਼ਨ ਜੀ ਹੁਣਾਂ ਨੇ ਚੌਲ ਛਕੇ ਨੇ। ਬਿਰਤ ਗਰੀਬ ਨਿਵਾਜ। ਇਸੇ ਪ੍ਰਕਾਰ ਜਿਹੜਾ ਗਰੀਬ ਬਿਰਧ ਸੀ, ਉਸ ਗਰੀਬ ਨੂੰ ਸ਼੍ਰੀ ਕ੍ਰਿਸ਼ਨ ਜੀ ਹੁਣਾਂ ਨੇ ਉਸ ਯੁੱਗ ਦੇ ਅੰਦਰ ਨਿਵਾਜਿਆ ਹੈ। ਜਾਤ ਲੀਨੀ ਨੀਚ ਕੇ। ਤੇ ਭੀਲੜੀ ਜਾਤ ਦੀ ਇੱਕ ਔਰਤ ਦੀ ਜਿਹੜੀ ਕੁੱਬੀ ਸੀ, ਬੜੇ ਕਰੂਪ, ਉਹਦਾ ਰੂਪ ਬੜਾ ਕਰੂਪ ਸੀ, ਬੜੀ ਕੁੱਬ ਪਿਆ ਸੀ ਉਹਦੇ ਅੰਦਰ। ਭੀਲੜੀ ਜਾਤ ਦੀ ਜਿਹੜੀ ਔਰਤ ਸੀ ਨਾ, ਸ਼੍ਰੀ ਰਾਮਚੰਦਰ ਭਗਵਾਨ ਜੀ ਹੁਣਾਂ ਨੇ ਉਹਦੇ ਹੱਥੋਂ ਲੈ ਕੇ ਝੂਠੇ ਬੇਰ ਛਕੇ ਸਨ। ਝੂਠੇ ਲੀਨੇ ਬੇਰ। ਝੂਠੇ ਬੇਰ ਖਾ ਕਰਕੇ ਆਨੰਦ ਮਾਣਿਆ ਸੀ। ਕੇਵਲ ਭਾਸ ਭਾਵਾਈ। ਤੇ ਇਹ ਜਿਹੜਾ ਕੇਵਲ ਗੱਲ ਹੈ ਨਾ, ਜਿਹੜੀ ਸਾਰੀ ਇਹ ਭਾਵ ਦੀ ਹੈ, ਸੁਭਾਅ ਦੀ ਹੈ, ਪ੍ਰੇਮਾ ਭਗਤੀ ਦੀ ਹੈ। ਗੁਣ ਅਵਗੁਣ ਨਹੀਂ ਹੇਰ। ਤੇ ਇਹਦੇ ਵਿੱਚ ਗੁਣ ਤੇ ਅਵਗੁਣ ਨਹੀਂ ਵੇਖੇ ਜਾਂਦੇ ਕਿ ਕਿਸ ਅਮੀਰ ਦਾ ਘਰ ਦਾ ਭੋਜਨ ਹੈ ਕਿ ਕਿਸੇ ਗਰੀਬ ਦੇ
ਘਰ ਦਾ ਭੋਜਨ ਹੈ, ਦਰਅਸਲ ਭਗਤੀ ਹੈ, ਪ੍ਰੇਮ ਹੈ। ਕਿੰਨੇ ਪ੍ਰੇਮ ਦੇ ਨਾਲ, ਕਿੰਨੇ ਪਿਆਰ ਦੇ ਨਾਲ ਉਹ ਭੋਜਨ ਤਿਆਰ ਹੋਇਆ ਹੈ। ਦਵਿਆ ਛੰਦ ਵਿਕਸੈ ਸ੍ਰੀ ਨਾਨਕ ਮੁਖ ਭਾਖੀ। ਇਸ ਪ੍ਰਕਾਰ ਜਦੋਂ ਸਤਿਗੁਰਾਂ ਦੇ ਬਚਨ ਸੁਣੇ ਨੇ ਤੇ ਬਹੁਤ ਹੀ ਪ੍ਰਸੰਨ ਹੋਏ ਨੇ। ਸੁਦਾ ਆਸਨ ਮਹਿ ਪਾਵਾ ਤੇ ਅੰਮ੍ਰਿਤ ਵਰਗਾ ਭੋਜਨ ਛਕਣਾ ਕੀਤਾ ਹੈ। ਇਸ ਮਹਿ ਤੇ ਆਵਤ ਅਸ ਸਾਦਾ। ਕਹਿੰਦੇ ਇਹਦੇ ਵਿੱਚੋਂ ਤਾਂ ਇਸ ਪ੍ਰਕਾਰ ਸਵਾਦ ਆਉਂਦਾ ਹੈ ਭਾਈ ਲਾਲੋ। ਸਾਦਾ ਭੋਜਨ ਭਲੋ ਬਨਾਵਾ। ਬੜਾ ਸਾਦਾ ਜਿਹਾ ਭੋਜਨ ਹੈ, ਅੰਮ੍ਰਿਤ ਵਰਗਾ ਇਹਦੇ ਵਿੱਚੋਂ ਸਵਾਦ ਆਉਂਦਾ ਹੈ। ਹਾਥ ਬੰਦ ਅਬੰਦਤ ਲਾਲੋ। ਤੇ ਲਾਲੋ ਨੇ ਦੋਨੋਂ ਹੱਥ ਜੋੜ ਲਏ। ਮਨ ਦੇ ਵਿੱਚ ਬੈਰਾਗ ਆਇਆ ਹੈ। ਬੈਰਾਗ ਅੰਦਰੋਂ ਪੈਦਾ ਹੋਇਆ, ਹੰਝੂਆਂ ਰਾਹੀਂ, ਅੱਖਾਂ ਰਾਹੀਂ ਬਾਹਰ ਆਉਣ ਲੱਗਾ ਹੈ। ਦੋਨੋਂ ਹੱਥ ਜੋੜ ਕਰਕੇ ਸਤਿਗੁਰਾਂ ਦੇ ਚਰਨ ਫੜੇ ਨੇ। ਪਾਦ ਅਰਬਿੰਦ ਮੁਕੰਦਾ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਚਰਨਾਂ ਤੇ ਮੱਥਾ ਟੇਕਿਆ ਹੈ। ਜਨਮ ਜਨਮ ਕੇ ਕਲਮਲ ਖੋਏ। ਕਵੀ ਜੀ ਕਹਿੰਦੇ ਜਨਮਾਂ ਜਨਮਾਂਤਰਾਂ ਦੇ ਭਾਈ ਲਾਲੋ ਨੇ ਜਿਹੜੇ ਕਲਮਲ ਪਾਪ ਸਨ ਉਹ ਗਵਾ ਦਿੱਤੇ ਨੇ, ਨਾਸ਼ ਕਰ ਲਏ ਨੇ। ਬੰਧਨ ਕਰਮੰਦਾ। ਤੇ ਸੰਸਾਰ ਦੇ ਬੰਧਨ ਸਾਰੇ ਹੀ ਤੋੜ ਦਿੱਤੇ ਨੇ। ਸਵਈਆ ਆਜ ਕਿਓ ਕਰਤਾਰਥ ਮੋਕੋ। ਕਹਿਣ ਲੱਗਾ ਭਾਈ ਲਾਲੋ ਅੱਜ ਮੈਨੂੰ ਤੁਸੀਂ ਮਹਾਰਾਜ ਕਰਤਾਰਥ ਕੀਤਾ ਹੈ, ਨਿਵਾਜਿਆ ਹੈ। ਸ੍ਰੀ ਗੁਰੂ ਨਾਨਕ ਭੋਗਤ ਦਾਈ। ਮਹਾਰਾਜ ਆਪ ਜੀ ਸੰਸਾਰ ਦੇ ਉੱਪਰ ਮੁਕਤੀ ਦਾਤੇ ਹੋ। ਕੂਪ ਵਿਖੇ ਬੂੜਤ ਥੇ। ਮਹਾਰਾਜ ਸੰਸਾਰ ਦੇ ਕੰਮਾਂ ਵਿੱਚ ਰੁੱਝੇ ਹੋਏ ਸਾਂ। ਅਸੀਂ ਤਾਂ ਸੰਸਾਰ ਰੂਪੀ ਖੂਹ ਵਿੱਚ ਡੁੱਬਦੇ ਜਾਂਦੇ ਸਾਂ, ਡਿੱਗ ਰਹੇ ਸਾਂ। ਕਰੁਣਾ ਕਰਕੇ ਤੁਮ ਲੀਨ ਬਚਾਈ। ਆਪ ਜੀਆਂ ਨੇ ਐਸੀ ਕਿਰਪਾ ਕੀਤੀ, ਖੂਹ ਦੇ ਵਿੱਚ ਡੁੱਬਣ ਤੋਂ ਬਚਾਇਆ ਹੈ। ਪੂਰਨ ਰੂਪ ਪ੍ਰਾਤਮਾ ਹੋ। ਮਹਾਰਾਜ ਆਪ ਜੀ ਭਲੀ ਪ੍ਰਕਾਰ ਪਰਮੇਸ਼ਰ ਹੋ। ਨਿਜ ਦਾਸਨ ਕੇ ਨਿਤ ਹੋਤ ਸਹਾਈ। ਤੇ ਆਪਣਿਆਂ ਦਾਸਾਂ ਦੇ, ਸੇਵਕਾਂ ਦੇ, ਸ਼ਰਧਾਲੂਆਂ ਦੇ ਹਰ ਰੋਜ਼ ਸਹਾਈ ਹੁੰਦੇ ਹੋ। ਜੋ ਕਹਿ ਕੇ ਪਦ ਕੋ ਕਹਿ ਕੇ ਅਤ। ਇਸ ਪ੍ਰਕਾਰ ਭਾਈ ਲਾਲੋ ਨੇ ਵਚਨ ਵਿਲਾਸ ਕੀਤੇ ਨੇ ਤੇ ਫੇਰ ਘੁੱਟ ਕੇ ਸਤਿਗੁਰਾਂ ਦੇ ਚਰਨ ਫੜ ਲਏ ਨੇ। ਦੀਨ ਸੋਤਨ ਗਰੀਬ ਨਿਵਾਈ। ਤੇ ਸਤਿਗੁਰਾਂ ਦੇ ਚਰਨਾਂ ਦੇ ਉੱਪਰ ਸੀਸ ਝੁਕਾ ਕੇ ਮੱਥਾ ਰੱਖ ਦਿੱਤਾ ਹੈ। ਪਰ ਸੀਸ ਉਠਾਵਹਿ ਨਾ। ਤੇ ਸਤਿਗੁਰੂ ਜੀ ਬਾਰ-ਬਾਰ ਕਹਿੰਦੇ ਨੇ ਭਾਈ ਲਾਲੋ ਉੱਪਰ ਉੱਠੋ, ਪਰ ਸਤਿਗੁਰਾਂ ਦੇ ਚਰਨਾਂ ਤੋਂ ਉੱਠਦਾ ਨਹੀਂ। ਜਬ ਸ੍ਰੀ ਗੁਰ ਹਾਥ ਧਰਾ ਸਿਰ ਤਾਹੀ। ਤੇ ਫੇਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਆਪਣਾ ਬਖਸ਼ਿਸ਼ਾਂ ਭਰਿਆ, ਕਿਰਪਾ ਭਰਿਆ ਹੱਥ ਭਾਈ ਲਾਲੋ ਦੇ ਸਿਰ ਤੇ ਰੱਖ ਦਿੱਤਾ ਹੈ। ਸ਼ੁਭਤ ਹਾਥ ਕਪਾਟ ਖੁੱਲੇ। ਜਿਸ ਸਮੇਂ ਸੰਗਤ ਜੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦਾ ਹੱਥ ਭਾਈ ਲਾਲੋ ਦੇ ਜਾ ਕੇ ਸਿਰ ਤੇ ਟਿਕਿਆ ਹੈ, ਜਦੋਂ ਹੱਥ ਛੂਹਿਆ ਤੇ ਹੈ। ਲੋਕਨ ਕੀ ਸਦ ਭੀਮਨ ਮਾਹੀ। ਕਵੀ ਜੀ ਕਹਿੰਦੇ ਤਿੰਨਾਂ ਲੋਕਾਂ ਦੀ ਖੰਡਾਂ ਬ੍ਰਹਮੰਡਾਂ ਦੀ ਭਾਈ ਲਾਲੋ ਨੇ ਯਾਤਰਾ ਕਰ ਲਈ ਹੈ। ਖੰਡਾਂ ਬ੍ਰਹਮੰਡਾਂ ਦਾ ਗਿਆਨ ਆ ਗਿਆ ਹੈ। ਲੋਕ ਪਰਲੋਕ ਤੋਂ ਜਾਣੂ ਹੋ ਗਏ ਨੇ, ਸਾਰੇ ਕਪਾਟ ਖੁੱਲ ਗਏ ਨੇ। ਪੰਕਜ ਪਾਨ ਮੁਕੰਦ ਕੇ ਲਾਗਤ। ਜਦੋਂ ਹੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਚਰਨਾਂ ਤੇ ਝੁਕਿਆ ਹੈ ਤੇ ਸਤਿਗੁਰਾਂ ਦਾ ਕਿਰਪਾ ਭਰਿਆ ਹੱਥ ਲੱਗਿਆ ਹੈ। ਆਜ ਆਨੰਦ ਨ ਜਾਏ ਸਤਾਹੀ। ਤੇ ਐਸਾ ਆਨੰਦ ਪ੍ਰਾਪਤ ਹੋਇਆ ਹੈ ਜੋ ਕਹਿਣੀ ਕਥਨੀ ਤੋਂ ਬਾਹਰ ਹੈ। ਪੂਰਨ ਸੋ ਮਿਲ ਪੂਰਨ ਭਾ। ਕਵੀ ਜੀ ਕਹਿੰਦੇ ਦਰਅਸਲ ਪੂਰੇ ਦੇ ਦਰਸ਼ਨ ਹੋਏ ਨੇ, ਪੂਰੇ ਦੇ ਚਰਨਾਂ ਨਾਲ ਜੁੜਿਆ ਹੈ ਤੇ ਪੂਰਾ ਆਨੰਦ ਪ੍ਰਾਪਤ ਹੋਇਆ ਹੈ। ਪੂਰਨ ਆਤਮ ਹੀ ਦਰਸਾਈ। ਤੇ ਸਤਿਗੁਰਾਂ ਨੇ ਐਸੀ ਕਿਰਪਾ ਕੀਤੀ ਹੈ, ਆਪਣੀ ਆਤਮਾ ਤੋਂ, ਆਪਣੇ ਮੂਲ ਰੂਪ ਤੋਂ ਭਾਈ ਲਾਲੋ ਨੂੰ ਜਾਣੂ ਕਰਵਾ ਦਿੱਤਾ ਦਿਨ ਹੈ। ਦੀਨ ਰਹੇ ਤੇ ਭਉਨ ਵਿਖੇ। ਇੱਥੇ ਹੀ ਕਥਾ ਦੀ ਸਮਾਪਤੀ ਕਰਦੇ ਹਾਂ, ਵਿਸ਼ਰਾਮ ਲੈਂਦੇ ਹਾਂ। ਮਹਾਰਾਜ 3 ਦਿਨ ਭਾਈ ਲਾਲੋ ਦੇ ਘਰ ਰਹੇ ਨੇ। ਇਸ ਤੋਂ ਬਾਅਦ ਕੱਲ੍ਹ ਦੀਆਂ ਕਥਾ ਵਿਚਾਰਾਂ ਵਿੱਚ ਜਾਣਾਂਗੇ ਹੋਰ ਕੀ ਕੌਤਕ ਕਰਾਮਾਤਾਂ ਸਤਿਗੁਰੂ ਜੀ ਵਰਤਾਉਂਦੇ ਨੇ। ਅੱਜ ਇੱਥੇ ਹੀ ਵਿਸ਼ਰਾਮ ਲੈਂਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਦਾ ਇਤਿਹਾਸ, ਗੁਰੂ ਦਾ ਸ਼ਬਦ ਜਾਣ ਕੇ ਆਪਣੇ ਹਿਰਦਿਆਂ ਵਿੱਚ ਵਸਾਉਣਾ। ਇਹਨਾਂ 9 ਭਗਤੀਆਂ ਦੇ ਵਿੱਚੋਂ ਸਤਿਗੁਰੂ ਜੀ ਕਿਰਪਾ ਕਰਨ ਅਸੀਂ ਵੀ ਇੱਕ ਭਗਤੀ ਆਪਣੇ ਜੀਵਨ ਅੰਦਰ ਵਰਤਾ ਸਕੀਏ, ਅਪਣਾ ਸਕੀਏ। ਜੋ ਸਾਡਾ ਇਹ ਮਨੁੱਖਾ ਜੀਵਨ ਹੈ ਇਹ ਸਫਲਾ ਹੋ ਸਕੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਆਨੰਦ ਸਾਹਿਬ ਦੀ ਗੁਰਬਾਣੀ ਦੇ ਨਾਲ ਜੁੜੀਏ।
ਦੀਵਾਨਾਂ ਦੀ ਸਮਾਪਤੀ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਬਚੀਆਂ ਬਾਧਾਈਆਂ। ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਇਆ। ਸਬਦੋ ਤਾਂ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆਪੁ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹਮ ਵਿਸਾਰੀ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਡੇ ਸਾਹਿਬਾ ਕਿਆ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ। ਜਿਸ ਤੇਰੇ ਸੋ ਭਾਵਈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਈ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੀ। ਕਹੈ ਨਾਨਕ ਸੱਚੇ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਪਰ ਸ਼ਾਂਤ ਸੁਖ ਮਨ ਆਈ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟਹੁ ਜਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਨਹੁ ਸੰਤ ਹੋ ਸਬਦ ਤਰਹੁ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ। ਕਹੈ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਅਨੰਦ ਸੁਭਾਵ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਤਾਪੇ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਭਸੇ ਪੂਰੇ ਗੁਰਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਹਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਕੀਨੈ ਸਗਲ ਜਗਤ। ਚੰਗਿਆਈਆ ਬੁਰਿਆਈਆ ਵਾਜੈ ਧਰਮ ਦੂਰ ਕਰਨੀ ਆਪੋ ਆਪਣੀ। ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਬਸੰਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਬਸੰਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ।